धन्यवाद धन्यवाद ते शुक्र तुसीं दुआ नूं सुनिया दुआ प्रार्थना प्रभु यीशु दे मिठे और पवित्र नाम विच मंगदे हां आमीन हालेलुया हालेलुया। सब जन तारीफ करो परमेश्वर दी, स्वागत करो अपनी जिंदगी दे विच। लाइन से दी ना होना थोड़ा इधर दी लाइन तो ये सिस्टर आगे आए अगले धन्यवाद तारीफ। आज सारे ने वचन खोलना है व्यवस्था विवरण की किताब ਉਹਦਾ 28ਵਾਂ ਅਧਿਆਏ ਉਹਦਾ 1 ਤੋਂ ਲੈ ਕੇ 6 तक वचन पढ़ना है। व्यवस्था विवरण की किताब व्यवस्था विवरण ਉਹਦਾ 28ਵਾਂ ਅਧਿਆਏ यदि तू अपने परमेश्वर यहोवा की सब आज्ञाएं जो मैं आज तुझे सुनाता हूँ चौकसी से पूरी करने को चित्त लगाकर उसकी सुने तो वह तुझे पृथ्वी की सब जातियों में श्रेष्ठ करेगा। फिर अपने परमेश्वर यहोवा की सुनने के कारण ये सब आशीर्वाद तुझ पर पूरे होंगे। धन्य हो तू नगर में, धन्य हो तू खेत में, धन्य हो तेरी संतान और तेरी भूमि की उपज और गाय और भेड़ बकरी आदि पशुओं के बच्चे। धन्य हो तेरी टोकरी और तेरी कटौती, धन्य हो तू भीतर आते समय और धन्य हो तू बाहर जाते समय। हालेलुया हालेलुया। सारे जने बोलो आमीन आमीन हालेलुया। परमेश्वर ਦਾ ਵਚਨ ਸਾਨੂੰ ਕੀ ਦੱਸਦਾ ਪਿਆ? ਕਿਉਂਕਿ ਦੇਖੋ ਸਾਡੀ ਜ਼ਿੰਦਗੀ ਨੂੰ ਬਦਲਣ ਵਾਲਾ ਕੌਣ ਹੈਗਾ? ਪਰਮੇਸ਼ਰ ਦਾ ਵਚਨ। ਇਹ ਵਚਨ ਦਾ ਟਾਈਮ ਤੁਹਾਨੂੰ ਪਾਸਟਰ ਰਵਿਤਾ ਜੀ ਕਹਿੰਦੇ ਪਏ ਸੀ ਕਿ ਜਦੋਂ ਵਰਸ਼ਿਪ ਕਰਨੀ ਹੁੰਦੀ ਹੈਗੀ ਹੈ ਤਾਂ ਉਸ ਲਈ ਕੀ ਹੁੰਦਾ ਭਲਾ ਅੱਖਾਂ ਸਾਰੇ ਖੋਲ ਕੇ ਰੱਖਦੇ ਹੈਗੇ ਆ ਔਰ ਵਚਨ ਦੇ ਟਾਈਮ 'ਤੇ ਕੀ ਹੁੰਦਾ ਭਲਾ ਅੱਖਾਂ ਬੰਦ ਕਰਕੇ ਰੱਖਦੇ ਆ। ਹੁਣ ਅੱਖਾਂ ਬੰਦ ਕਰਨ ਵਾਲਾ ਟਾਈਮ ਆਇਆ ਨਾ ਕਿ ਤੁਸੀਂ ਅੱਖਾਂ ਬੰਦ ਕਰਕੇ ਰੱਖਣੀਆਂ ਹੈਗੀਆਂ, ਲੇਕਿਨ ਤੁਸੀਂ ਇਸ ਟਾਈਮ 'ਤੇ ਕੀ ਕਰਨਾ ਭਲਾ ਅੱਖਾਂ ਖੋਲਣੀਆਂ ਹੈਗੀਆਂ। ਇਸ ਟਾਈਮ 'ਤੇ ਅੱਖਾਂ ਬੰਦ ਨਹੀਂ ਕਰਨੀਆਂ। ਹੁਣ ਵਚਨ ਚੱਲਦਾ ਹੈਗਾ ਤੁਸੀਂ ਅੱਖਾਂ ਬੰਦ ਕਰਦਾ ਹੋਣਾ ਕਿ ਇੱਧਰ ਚਲੇ ਜਾਣਾ ਤਾਂ ਹਾਲੇਲੂਇਆ। ਲੇਕਿਨ ਕੀ ਕਰਨਾ ਇਸ ਟਾਈਮ ਦੇ ਉੱਤੇ ਕੀ ਕਰਨਾ ਅੱਖਾਂ ਖੋਲਣੀਆਂ ਹੈਗੀਆਂ ਕਿਉਂਕਿ ਪਰਮੇਸ਼ਰ ਦਾ ਵਚਨ ਜਿਹੜਾ ਉਹ ਸਾਨੂੰ ਆਜ਼ਾਦ ਕਰਦਾ ਹਰ ਬਦਰੂਆਂ ਤੋਂ। ਹਾਲੇਲੂਇਆ। ਮੈਂ ਦੇਖ ਰਿਹਾ ਇਸ ਟਾਈਮ ਦੇ ਉੱਤੇ ਬਦਰੂਆਂ ਨਾਲ ਜਕੜੇ ਹੋਏ ਔਰ ਅੱਜ ਹੀ ਇਸੇ ਵਕਤ ਜਦੋਂ ਤੁਸੀਂ ਪਰਮੇਸ਼ਰ ਦਾ ਵਚਨ ਸੁਣੋਗੇ ਬਦਰੂਆਂ ਤੋਂ ਆਜ਼ਾਦ ਹੋਵੋਗੇ। ਤੁਸੀਂ ਬਦਰੂਆਂ ਨਾਲ ਜਕੜੇ ਹੋਏ ਮੈਂ ਦੇਖਦਾ ਪਿਆ ਇੱਥੇ ਲੱਭੇ ਦੇ ਪਏ ਮੈਨੂੰ। ਹਾਲੇਲੂਇਆ। ਕਿਉਂਕਿ ਸਾਨੂੰ ਪਰਮੇਸ਼ਰ ਨੇ ਆਪਣੀ ਹੋਲੀ ਸਪਿਰਿਟ ਦਿੱਤੀ ਹੁੰਦੀ ਹੈ, ਪਵਿੱਤਰ ਆਤਮਾ ਦਿੱਤੀ ਹੁੰਦੀ ਹੈਗੀ ਹੈ। ਪਵਿੱਤਰ ਆਤਮਾ ਦੁਆਰਾ ਸਾਨੂੰ ਹਰ ਇੱਕ ਚੀਜ਼ ਦਿਖਾਈ ਦਿੰਦੀ ਹੈ ਕਿ ਕਿਹਦੇ ਵਿੱਚ ਕੀ ਪ੍ਰੋਬਲਮ ਹੈਗੀ ਹੈ ਔਰ ਛਡਾਣਾ ਕਿੰਨੇ ਹੈਗਾ ਇਸ ਪਵਿੱਤਰ ਵਚਨ ਨੂੰ। ਇਸ ਕਰਕੇ ਜਿਹੜਾ ਇਨਸਾਨ ਇਸ ਪਵਿੱਤਰ ਵਚਨ ਨੂੰ ਸੁਣ ਲੇਗਾ ਪਰਮੇਸ਼ਰ ਨੇ ਉਹਨੂੰ ਬਲੈਸ ਕਰ ਦੇਣਾ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਰਦਾ ਹੈਗਾ? ਸਾਡੇ ਰਸਤਿਆਂ ਦੇ ਵਿੱਚ ਕੀ ਕਰਦਾ ਪਹਿਲਾਂ ਚਾਨਣ ਦਿੰਦਾ ਸਾਨੂੰ। ਸਾਡੇ ਆਤਮਿਕ ਜੀਵਨ ਦੇ ਵਿੱਚ ਸਾਨੂੰ ਚਾਨਣ ਮਿਲਦਾ ਹੈਗਾ। ਅਸੀਂ ਹਨੇਰੇ ਵਿੱਚ ਚੱਲਦੇ ਹੈਗੇ ਹਾਂ ਅਤੇ ਸਾਨੂੰ ਕੀ ਮਿਲਦਾ ਭਲਾ? ਚਾਨਣ ਦਿੰਦਾ ਪਰਮੇਸ਼ਰ ਦਾ ਵਚਨ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਪਰਮੇਸ਼ਰ ਦਾ ਵਚਨ ਸਾਡੇ ਨਾਲ ਕੀ ਕਰਦਾ ਭਲਾ? ਸਾਡੇ ਨਾਲ ਗੱਲਾਂ ਕਰਦਾ ਹੈਗਾ। ਇੱਥੇ ਇਹ ਲਿਖਣਾ ਚਾਹੀਦਾ ਸੀ यदि तू अपने परमेश्वर यहोवा की सब आज्ञाएं जो मैं आज तुझे लिखता हूँ ਇੱਥੇ ਕੀ ਲਿਖਦਾ ਹੈਗਾ? ਸੁਣਾਤਾ ਹੂੰ। ਇਹਦਾ ਮਤਲਬ ਪਰਮੇਸ਼ਰ ਦਾ ਵਚਨ ਸਾਡੇ ਨਾਲ ਗੱਲਾਂ ਕਰਦਾ ਹੈਗਾ। ਪਰਮੇਸ਼ਰ ਬੋਲਦਾ ਪਿਆ ਅਤੇ ਅਸੀਂ ਕੀ ਕਰਦੇ ਪਏ ਹਾਂ? ਸੁਣਦੇ ਪਏ ਹੈਗੇ ਹਾਂ। ਤਾਂ ਹੀ ਪਰਮੇਸ਼ਰ ਨੇ ਇੱਥੇ ਵਚਨ ਲਿਖਿਆ ਹੈਗਾ जो मैं आज तुझे सुनाता हूँ चौकसी से पूरी करने को चित्त लगाकर उसकी सुने। ਇਹਦਾ मतलब परमेश्वर बोल दिया तो ਅਸੀਂ सुनना है। हालेलुया। तो वह तुझे पृथ्वी की सब जातियों में श्रेष्ठ करेगा। परमेश्वर ਤੁਹਾਨੂੰ ਨੀਵੇਂ ਸਥਾਨਾਂ ਤੋਂ ਉੱਤੇ ਸਥਾਨ 'ਤੇ ਲੈ ਕੇ ਜਾਏਗਾ। ਹਾਲੇਲੂਇਆ। ਪਰਮੇਸ਼ਰ ਦੇ ਬਲੈਸਿੰਗ ਵਚਨ ਹੈਗੇ ਆ। ਇਹਨੂੰ ਕਹਿੰਦੇ ਹੈਗੇ ਆਸ਼ੀਸ਼ ਵਚਨ, ਬਲੈਸ ਕਰਨ ਵਾਲੇ ਵਚਨ। ਹਾਲੇਲੂਇਆ। ਅਗਰ ਅਸੀਂ ਪਰਮੇਸ਼ਰ ਦੀ ਸਾਰੀਆਂ ਆਗਿਆਵਾਂ ਜਿਹੜਾ ਪਰਮੇਸ਼ਰ ਸਾਨੂੰ ਸੁਣਾਉਂਦਾ ਹੈਗਾ ਅਗਰ ਅਸੀਂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਸੁਣੀਏ ਤਾਂ ਪਰਮੇਸ਼ਰ ਸਾਨੂੰ ਨੀਵੇਂ ਸਥਾਨਾਂ ਤੋਂ ਕਿੱਥੇ ਲੈ ਕੇ ਜਾਂਦਾ? ਉੱਚੇ ਸਥਾਨਾਂ 'ਤੇ ਲੈ ਕੇ ਜਾਂਦਾ ਹੈਗਾ। ਫਿਰ ਲਿਖਦਾ ਹੈ ਫਿਰ ਆਪਣੇ ਪਰਮੇਸ਼ਰ ਯਹੋਵਾ ਕੀ ਸੁਣਨੇ ਕੇ ਕਾਰਨ ਸੁਣਨ ਦੇ ਨਾਲ ਹੀ। हालेलुया। देखो कि कहता है फिर अपने परमेश्वर यहोवा की सुनने के कारण ये सब आशीर्वाद तुझ पर पूरे होंगे। किड़े किड़े आशीर्वाद पूरे करने हैं परमेश्वर ने? कहते धन्य हो तू नगर में। हालेलुया। अगर असीं ये वचन सुनांगे
ਪਰਮੇਸ਼ਰ ਕਹਿੰਦਾ ਤੁਸੀਂ ਕੀ ਹੋਣਾ ਭਲਾ, ਧਨ ਹੋਣਾ ਕਿੱਥੇ ਭਲਾ, ਨਗਰ ਦੇ ਵਿੱਚ। ਨਗਰ ਦੇ ਵਿੱਚ ਤੁਹਾਡਾ ਨਾਮ ਹੋਣਾ। ਪਰਮੇਸ਼ਰ ਨੇ ਕਿਹਾ ਤੁਸੀਂ ਬਲੈਸ ਹੋਵੋਗੇ ਪੂਰੇ ਮੁਹੱਲੇ ਦੇ ਵਿੱਚ, ਪੂਰੇ ਸ਼ਹਿਰ ਦੇ ਵਿੱਚ। ਪਰਮੇਸ਼ਰ ਨੇ ਕੀ ਕਿਹਾ, ਧन्य हो तू नगर में, धन्य हो तू खेत में। खेत ਦਾ ਮਤਲਬ ਕੰਮਕਾਰ ਦੇ ਵਿੱਚ ਪਰਮੇਸ਼ਰ ਤੁਹਾਨੂੰ ਬਲੈਸ ਕਰੇਗਾ। ਅਗਰ ਤੁਹਾਡੇ ਕੰਮਕਾਰ ਬੰਨੇ ਦੇ ਗਏ, ਪਰਮੇਸ਼ਰ ਉਹ ਕੰਮਕਾਰ ਖੋਲੇਗਾ। ਕਿਸ ਤਰ੍ਹਾਂ, ਅਗਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਾਂਗੇ ਤੇ। धन्य हो तेरी संतान। परमेश्वर ने क्या, अगर तू वचन सुनेगा तो धन होएगी तेरी संतान। हालेलुया। देखो कितनी बढ़िया गल कह दी है। परमेश्वर ने की कहता भला, धन्य हो तेरी संतान। देखो कितनी बड़ी गल कह दी है। की कहता, धन होए तेरी। ਇਹਦਾ ਮਤਲਬ ਜਿਨ੍ਹਾਂ ਨੂੰ ਅਜੇ ਤੱਕ ਸੰਤਾਨ ਨਹੀਂ ਮਿਲੀ, ਉਹਨੂੰ ਸੰਤਾਨ ਮਿਲਣੀ ਹੈਗੀ ਹੈ। ਹਾਲੇਲੂਇਆ। ਤਾਂ ਹੀ ਤਾਂ ਪਰਮੇਸ਼ਰ ਨੇ ਕਿਹਾ ਧੰਨ ਹੋਏ ਤੇਰੀ ਸੰਤਾਨ। ਹਾਲੇਲੂਇਆ। ਕੁਝ ਗੱਲਾਂ ਜਿਹੜੀਆਂ ਉਹ ਦੂਰ ਦੀਆਂ ਹੁੰਦੀਆਂ ਸਾਨੂੰ, ਕਿਹਦਾ ਪਰਮੇਸ਼ਰ ਨੇ ਨਾ ਸਾਨੂੰ ਇੱਕ ਕੁਝ ਗੱਲਾਂ ਕਾਫੀ ਟਾਈਮ ਬਾਅਦ ਪਤਾ ਲੱਗਦੀਆਂ ਹੈਗੀਆਂ। ਜਦੋਂ ਬੀਜ ਬੋਇਆ ਜਾਂਦਾ ਹੈਗਾ, ਇੱਕ ਬੀਜ ਜਿਹੜਾ ਬੀਜ ਨੂੰ ਅਸੀਂ ਬੀਜ ਦੀ ਨਜ਼ਰ ਨਾਲ ਦੇਖਦੇ ਹੈਗੇ, ਲੇਕਿਨ ਪਰਮੇਸ਼ਰ ਬੀਜ ਨੂੰ ਬੀਜ ਦੀ ਨਜ਼ਰ ਨਾਲ ਨਹੀਂ ਦੇਖਦਾ ਹੈਗਾ। ਪਰਮੇਸ਼ਰ ਨੂੰ ਬੀਜ ਨੂੰ ਜੰਗਲ ਦੀ ਤਰ੍ਹਾਂ ਦਿਖਦਾ ਹੈਗਾ। ਪਰਮੇਸ਼ਰ ਕੀ ਕਰਦਾ ਭਲਾ, ਬੀਜ ਬੋਇਆ, ਬੀਜ ਵੱਡਾ ਹੁੰਦਾ ਪਿਆ, ਉਹ ਇੱਕ ਪੇੜ ਬਣ ਗਿਆ, ਪੇੜ ਤੋਂ ਫਲ ਉੱਗਿਆ, ਫਲ ਨੀਚੇ ਡਿੱਗਿਆ, ਉੱਥੋਂ ਫਿਰ ਬੀਜ ਬਣਿਆ ਗਿਆ, ਹੋਰ ਫਲ ਨਾਲ ਕੀ ਹੋ ਗਿਆ ਭਲਾ, ਉਹ ਬੀਜ ਉੱਗਦੇ ਗਏ, ਇੱਕ ਬੀਜ ਨਾਲ ਕੀ ਬਣ ਗਿਆ ਭਲਾ, ਜੰਗਲ ਬਣ ਗਿਆ, ਔਰ ਇੱਕ ਵੱਡੇ ਵੱਡੇ ਬ੍ਰਿਕਸ਼ ਬਣ ਗਏ, ਏਡੇ ਵੱਡੇ। ਪਰਮੇਸ਼ਰ ਦੀ ਨਜ਼ਰ ਏਡੀ ਦੂਰ ਹੈਗੀ ਹੈ। ਪਰਮੇਸ਼ਰ ਨੇ ਕੀ ਕਿਹਾ, ਧੰਨ ਹੋਏ ਤੇਰੀ ਸੰਤਾਨ। ਇਹਦਾ ਮਤਲਬ ਦੂਰ ਸੋਚਣਾ ਹੈਗਾ ਕਿ ਮੇਰੀ ਸੰਤਾਨ ਨੇ ਬਲੈਸ ਹੋਣਾ। ਕਿਸ ਤਰ੍ਹਾਂ ਬਲੈਸ ਹੋਣਾ, ਉਹਨੇ ਆਉਣਾ ਇਸ ਧਰਤੀ ਤੇ, ਤਾਂ ਹੀ ਤਾਂ ਅੱਗੇ ਬਲੈਸ ਹੋਣਾ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਮੈਂ ਤੈਨੂੰ ਆਪਣੀ ਸੰਤਾਨ ਵੀ ਦੇਵਾਂਗਾ, ਅਗਰ ਤੂੰ ਉਹਨੂੰ ਮੇਰੇ ਤੇ ਵਿਸ਼ਵਾਸ ਕਰੇਗਾ ਤੇ ਮੇਰੀਆਂ ਆਗਿਆਵਾਂ ਵੱਲ ਕੀ ਕਰੇਗਾ ਭਲਾ, ਚਿੱਤ ਲਗਾ ਕੇ ਸੁਣੇਗਾ। ਜੇ ਤੂੰ ਮੇਰੇ ਵਚਨ ਨੂੰ ਚਿੱਤ ਲਗਾ ਕੇ ਦਾ ਮਤਲਬ ਮਨ ਲਗਾ ਕੇ ਸੁਣੇਗਾ ਤਾਂ ਕੀ ਕਰਾਂਗਾ ਮੈਂ ਤੈਨੂੰ ਬਲੈਸ ਕਰਾਂਗਾ। ਕੀ ਕਹਿੰਦੇ ਵੇ ਪਰਮੇਸ਼ਰ, धन्य हो तू नगर में, धन्य हो तू खेत में, धन्य हो तेरी संतान, धन्य हो तेरी भूमि की उपज। और आगे कहता, धन होए गाय तेरी और बकरी आदि सारे पशु, और धन्य हो तेरी टोकरी और तेरी कटौती। और अगे कहता परमेश्वर ने, धन्य हो तू भीतर जाते समय, जे तू घर च आंदा पिया तां भी तू ब्लैस होएगा। और धन्य हो तू बाहर जाते समय, जिस घर से तू जाएगा उस घर ਨੂੰ ਵੀ ਕੀ ਮਿਲੇਗੀ ਭਲਾ, ਆਸ਼ੀਸ਼ ਮਿਲੇਗੀ। ਹਾਲੇਲੂਇਆ। ਜਾਣੀ ਕਿ ਸਾਡੇ ਹੱਥਾਂ ਪੈਰਾਂ 'ਚ ਪਰਮੇਸ਼ਰ ਨੇ, ਸਾਡੇ ਮਨ ਦੇ ਵਿੱਚ ਹਰ ਜਗ੍ਹਾ ਤੇ ਪਰਮੇਸ਼ਰ ਨੇ ਕੀ ਕਰ ਦੇਣਾ ਭਲਾ, ਸਾਨੂੰ ਬਲੈਸ ਕਰ ਦੇਣਾ। ਸਿਰਫ ਛੋਟੀ ਜਿਹੀ ਗੱਲ ਨਹੀਂ ਕਿ ਤੁਹਾਨੂੰ ਤੂੰ ਇੰਨੀ ਜਿਹੀ ਗੱਲ। ਪਰਮੇਸ਼ਰ ਕਹਿੰਦਾ ਤੂੰ ਅੰਦਰ ਵੀ ਜਾਏਗਾ ਤਾਂ ਵੀ ਤੂੰ ਬਲੈਸ ਹੋਏਗਾ, ਤੂੰ ਬਾਹਰ ਵੀ ਜਾਏਗਾ ਤਾਂ ਵੀ ਤੂੰ ਬਲੈਸ ਹੋਏਗਾ, ਤੂੰ ਜਿੱਥੇ ਜਾਏਗਾ ਤੂੰ ਬਲੈਸ ਹੋਏਗਾ ਅਗਰ ਤੂੰ ਕੀ ਕਰੇਗਾ ਭਲਾ, ਮੇਰੀਆਂ ਆਗਿਆਵਾਂ ਨੂੰ ਮੰਨੇਗਾ। ਹਾਲੇਲੂਇਆ। ਅੱਜ ਅਸੀਂ ਇਹੀ ਗੱਲਾਂ ਸਿੱਖਣੀਆਂ ਹੈਗੀਆਂ ਕਿ ਅਸੀਂ ਪਰਮੇਸ਼ਰ ਦੀਆਂ ਕਿਹੜੀਆਂ ਆਗਿਆ ਮੰਨਣੀਆਂ ਹੈਗੀਆਂ, ਕਿਹੜੀਆਂ ਗੱਲਾਂ ਜਿਹੜੀਆਂ ਉਹ ਮੰਨਣੀਆਂ ਹੈਗੀਆਂ, ਜਿਹਦੇ ਨਾਲ ਪਰਮੇਸ਼ਰ ਸਾਨੂੰ ਇੰਨੀ ਵੱਡੀ ਬਲੈਸਿੰਗ ਦੇਗਾ। ਦੇਖੋ ਪਰਮੇਸ਼ਰ ਹਮੇਸ਼ਾ ਜੇ ਸਾਨੂੰ ਕੋਈ ਕੰਮ ਦਿੰਦੇ ਨਾ ਤੇ ਪਰਮੇਸ਼ਰ ਉਹਦੇ ਨਾਲੋਂ ਕਈ ਗੁਣਾ ਸਾਨੂੰ ਬਲੈਸਿੰਗ ਦੇ ਦਿੰਦੇ ਹੈਗੇ। ਇੱਕ ਛੋਟਾ ਜਿਹਾ ਕੰਮ ਦਿੰਦੇ ਹੈਗੇ ਆ ਔਰ ਉਹ ਵੀ ਉਹਦੇ ਨਾਲੋਂ ਕੀ ਦੇ ਦਿੰਦੇ ਸਾਨੂੰ, ਬਲੈਸਿੰਗ ਕਈ ਗੁਣਾ ਦੇ ਦਿੰਦੇ ਹੈਗੇ ਆ। ਔਰ ਆਗਿਆਵਾਂ ਵੀ ਸਾਡੇ ਭਲਾਈ ਵਾਸਤੇ ਹੁੰਦੀਆਂ ਹੈਗੀਆਂ। ਪਰਮੇਸ਼ਰ ਨੇ ਸਾਨੂੰ ਆਗਿਆਵਾਂ ਵੀ ਕੀ ਦਿੰਦੇ ਭਲਾ, ਸਾਡੀ ਭਲਾਈ ਵਾਸਤੇ। ਹਾਲੇਲੂਇਆ। ਅੱਜ ਅਸੀਂ ਪਰਮੇਸ਼ਰ ਦੀਆਂ ਆਗਿਆਵਾਂ ਸਿੱਖਣੀਆਂ ਹੈਗੀਆਂ। ਸਾਨੂੰ ਇਹ ਸਾਰੀਆਂ ਬਲੈਸਿੰਗਾਂ ਮਿਲਣੀਆਂ ਜੇ ਅਸੀਂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਸੁਣੇਗਾ। ਹਾਲੇਲੂਇਆ। ਦੁਨੀਆ 'ਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਹੈਗੇ। ਹਾਲੇਲੂਇਆ। ਦੁਨੀਆ 'ਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਹੈਗੇ ਆ। ਵਚਨ ਸੁਣਨ ਵਾਲੇ ਵੀ ਦੋ ਤਰ੍ਹਾਂ ਦੇ ਹੁੰਦੇ ਹੈਗੇ ਆ। ਇੱਕ ਉਹ ਹੁੰਦਾ ਜਿਹੜਾ ਵਚਨ ਆਪਣੇ ਹਿਸਾਬ ਨਾਲ ਸੁਣਦਾ ਹੈਗਾ। ਹਾਲੇਲੂਇਆ। ਜਿਹੜਾ ਵਚਨ ਆਪਣੇ ਹਿਸਾਬ ਨਾਲ, ਉਹ ਕਹਿੰਦਾ ਪਾਸਟਰ ਸਾਨੂੰ ਆਪਣੇ ਸਾਡੇ ਹਿਸਾਬ ਨਾਲ ਵਚਨ ਸੁਣਾਏ। ਹਾਲੇਲੂਇਆ। ਉਹ ਕਹਿੰਦਾ ਕਹਿੰਦੇ ਪਾਸਟਰ ਸਾਨੂੰ ਨਾ ਉਹ ਵਚਨ ਸੁਣਾ ਜਿਹਦੇ ਨਾਲ ਸਾਡੀ ਹਮੇਸ਼ਾ ਭਲਾਈ ਹੋਏ। ਇਹ ਤਾਂ ਗੱਲ ਸਹੀ ਹੈਗੀ ਆ। ਅਸੀਂ ਮਿਹਨਤ ਨਾ ਕਰੀਏ ਲੇਕਿਨ ਸਾਨੂੰ ਮਿਲਦਾ ਜਾਏ ਸਭ ਕੁਛ। ਪਾਸਟਰ ਸਾਰੀ ਮਿਹਨਤ ਕਰਦਾ ਰਹੇ। ਹਾਲੇਲੂਇਆ। ਅਸੀਂ ਕੁਛ ਵੀ ਨਾ ਕਰੀਏ ਔਰ ਸਾਨੂੰ ਉਹਦਾ ਫਲ ਮਿਲਦਾ ਜਾਏ। ਔਰ ਪਾਸਟਰ ਹਮੇਸ਼ਾ ਸਾਨੂੰ ਭਲਾ ਕਹੇ, ਅੱਛੀਆਂ ਗੱਲਾਂ ਕਹੇ, ਮਾੜੀ ਕੋਈ ਗੱਲ ਨਾ ਕਹੇ ਨਾ ਸਾਨੂੰ। ਪਾਸਟਰ ਸਾਨੂੰ ਕਦੀ ਡਾਂਟੇ ਨਾ। ਹਾਲੇਲੂਇਆ। ਇੱਕ ਵਾਰ ਕੀ ਹੋਇਆ, ਇੱਕ ਵਾਰ ਇੱਕ ਨਿਊਜ਼ਪੇਪਰ ਸੀਗਾ। ਨਿਊਜ਼ਪੇਪਰ 'ਚ ਕੁਛ ਗੱਲਾਂ ਦੀਆਂ ਜਿੱਦਾਂ ਸ਼ਰਾਬ ਦੇ ਨੁਕਸਾਨ ਲਿਖੇ ਦੇ ਸੀਗੇ ਕਿ ਸ਼ਰਾਬ ਪੀਣ ਦੇ ਨਾਲ ਇਹ ਗੱਲਾਂ ਹੁੰਦੀਆਂ, ਸ਼ਰਾਬ ਪੀਣ ਦੇ ਨਾਲ ਇਹ ਗੱਲਾਂ ਹੁੰਦੀਆਂ। ਵਾਈਫ ਨੇ ਆਪਣੇ ਪਤੀ ਕੋਲ ਲੈ ਕੇ ਚੱਲ ਗਈ ਅਖਬਾਰ ਨਾਲ। ਹਾਲੇਲੂਇਆ। ਅਖਬਾਰ ਲੈ ਕੇ ਚੱਲ ਗਈ ਵਾਈਫ, ਕਹਿੰਦੇ ਕਿ ਦੇਖੋ ਸ਼ਰਾਬ ਪੀਂਦੇ ਕਿੰਨੇ ਨੁਕਸਾਨ ਲਿਖੇ ਦੇ, ਸ਼ਰਾਬ ਪੀਂਦਾ ਵੀ ਨੁਕਸਾਨ ਹੁੰਦਾ, ਸ਼ਰਾਬ ਪੀਂਦਾ ਵੀ ਨੁਕਸਾਨ ਹੁੰਦਾ, ਸ਼ਰਾਬ ਪੀਂਦਾ ਵੀ ਨੁਕਸਾਨ ਹੁੰਦਾ। ਅਤੇ ਹਸਬੈਂਡ ਕਹਿੰਦਾ ਠੀਕ ਹੈ ਕੱਲ੍ਹ ਤੋਂ ਬੰਦ। ਹਾਲੇਲੂਇਆ। ਕਹਿੰਦੇ ਲੈ ਵੀ ਬੜੀ ਖੁਸ਼ ਹੋਈ ਪਤਨੀ ਕਿ ਲੈ ਵੀ ਕੱਲ੍ਹ ਤੋਂ ਬੰਦ। ਔਰ ਅਗਲੇ ਦਿਨ ਕੀ ਹੋਇਆ ਭਲਾ,
अगले दिन न्यूज़पेपर बंद ही। हालेलुया। अगले तो की बंद हो गया, अखबार बंद। सेम इस तरह ही जे पास्टर कोई गल कहे ना कि ऐ नहीं करनी ऐ नहीं करनी ऐ नहीं करनी, वो तो ठीक है, कल तो बंद। कल तो की बंद भला, चर्च जाना ही बंद। हालेलुया। पास्टर मैनू इदा कि गल कहती है कल तो आना बंद। लेकिन की करना भला, असीं सीखना है, असीं गल्लां सीखनियां ताकि साडी की होए भला तरक्की होए। हालेलुया। अगर तुहानूं किसी गल दी मनाही कीती जांदी हैगी है, मतलब की हुंदा भला पास्टर नूं तां फायदा थोड़ी हैगा, ਉਹਦਾ किनू फायदा है, तुहानूं फायदा है। अगर मतलब कि पास्टर ने या परमेश्वर ने, अगर परमेश्वर ने कोई आग्यावां बनाई दी हैगियां, हालेलुया, तां ਉਹਦੇ ਨਾਲ ਕੀ ਹੈ भला साडा अपना भला हुंदा है। हालेलुया। ਤੁਹਾਨੂੰ पता सानूं दो ਕੰਨ क्यों मिले दे गया, दो ਕੰਨ क्यों लगे दे, एक ਕੰਨ भी होना चाहिए ना, लग हो जाता तां भी काम चल पैना ही, लेकिन दो ਕੰਨ क्यों मिले दे गया, एक ਕੰਨ ਇੱਧਰ ਲੱਗੇ ਦਾ, ਇੱਕ ਕੰਨ ਇੱਧਰ ਲੱਗੇ ਦਾ। ਇਹ दो ਕੰਨ क्यों मिले दे ਸਾਨੂੰ, ਕੀ ਰੀਜ਼ਨ ਹੈ? अगर तुसीं ਕੰਨ ਦੀ ਸ਼ੇਪ देखो ना, ਇਹ ਕੰਨ ਦੀ ਸ਼ੇਪ, ਇਹ ਕੰਨ ਦੀ ਸ਼ੇਪ इदां ਹੁੰਦੀ है, देखो ना, एक ਕੰਨ ਦੀ ਸ਼ੇਪ इदां ਹੁੰਦੀ है इस तरह करके, और दूसरे ਕੰਨ ਦੀ ਸ਼ੇਪ इदां होगी। अगर इन्हां दोनों ਨੂੰ मिला दो की बन जाता भला, दिल बन जाता है। हालेलुया। दोनों ਕੰਨਾਂ ਨੂੰ मिला के की बन जाता, दोनों ਕੰਨਾਂ ਦੀ शक्ल जी शेप है ना जी, अगर तुसीं कॉपी च इनू करो ना इदां करके, एक इदां होगी और एक इदां, देखो इदां करके, एक इदां शेप है तो एक इदां शेप हैगी है। अगर इन्हां दोनों ਨੂੰ मिला दिता जाए तो की बन जाता है, दिल बन जाता है। हालेलुया। ਇਹਦਾ मतलब हैगा कि कहते ਕੰਨ तो इधरों सुनो तो इधरों, लेकिन ये वास्ते नहीं ਕੰਨ बने दे। ਕੰਨ का की मतलब है इधरों भी सुनो तो इधरों भी सुनो, तो कित्थे लैके आओ, दिल च लैके आओ। हालेलुया। अगर तुसीं दोनों ਕੰਨਾਂ ਨਾਲ सुन के और गल्लां नूं अपने दिल च धारण करदे पे गए हो, तो तुसीं ब्लैस हो परमेश्वर के नाम दे विच। हालेलुया। हालेलुया। इधरों सुन के इधरों कड्डनी नहीं हैगी। हालेलुया। समझ लगी? की करना है, दोनों ਕੰਨਾਂ ਨਾਲ गल्लां सुननी है, और ऐ नहीं कहना ठीक है कल तो बंद। हालेलुया। की करना भला, सुन के गल्लां नूं की करना, अपनी जिंदगी च धारण करनी है, अपने दिल च धारण करनी है। अगर तुसीं दोनों ਕੰਨਾਂ तो गल्लां सुन के दिल च धारण करते पे गए हो, तो तुहानूं परमेश्वर ने ब्लैस करना। हालेलुया। दूसरी तरह के इंसान की होंदे गए, दूसरी तरह के इंसान वो होंदे गए जिहड़े कहंदे आ कि साडे च बड़ियां कमियां हैगियां, असीं बचन द्वारा की करना भला, वो कमियां नूं की करना, दूर करना। की करना, साडे अंदर बड़ियां कमियां है, और असीं की करना भला, परमेश्वर दे वचन द्वारा की करना, अपनियां इन्हां कमियां नूं दूर करना। तुसीं किहड़ी कैटेगरी च आंदे हो, पहली कैटेगरी च, दूसरी कैटेगरी च हाथ खड़े करो सारे जने। हालेलुया। क्या असीं पहले कैटेगरी च आंदे या दूसरी कैटेगरी च आंदे पे गए? असीं सारे ने किहड़ी कैटेगरी च आना है, पहली या दूसरी? न्यूज़पेपर वाली कैटेगरी च जाना है, जां परमेश्वर दे उस वचन दे विच कि परमेश्वर असीं तेरे वचन सुन के की करना, अपने आप नूं बदलना है। हालेलुया। तुहानूं पता असीं भी कई बारी प्रार्थना करने परमेश्वर अगे कि हे परमेश्वर साडे विच बड़ियां कमियां हैगियां, परमेश्वर साडी कमियां दूर कर, तेरे वचन द्वारा साडी कमियां दूर होनियां हैगियां। हालेलुया। आइए असीं पक्खा बंद करनी है और परमेश्वर अगे प्रार्थना करनी है कि परमेश्वर असीं सारे किहड़ी कैटेगरी चाहिए, दूसरी कैटेगरी चाहिए। आइए अक्खां बंद करिए, प्रार्थना करते हैं। हालेलुया। धन्यवाद, तारीफ जीसस खुदाबंद परमेश्वर यीशु राजा, तेरा धन्यवाद, तेरी तारीफ, तेरी महिमा करदा मेरे खुदाबंद खुदा शनासी पिता परमेश्वर, तेरा धन्यवाद, तेरा शुक्र खुदाबंद खुदा शनासी सर्वशक्तिमान पिता परमेश्वर राजा, असीं तेरे वचन सुन के परमेश्वर वचन से चलन वाले बनिए मेरे खुदाबंद खुदा शनासी पिता परमेश्वर आया, क्योंकि तुसीं वचन से लिखा जो मेरियां आज्ञावां मन्नेगा वो ब्लैस होएगा। परमेश्वर तेरी ब्लैसिंग परमेश्वर आया नूं रिसीव करना चाहते हैं मेरे खुदाबंद खुदा शनासी पिता परमेश्वर आया। पिता परमेश्वर तेरी ब्लैसिंग द्वारा परमेश्वर साडी जिंदगियां बदलन परमेश्वर आया। पिता परमेश्वर तेरे वचन द्वारा साडी जिंदगी बदले परमेश्वर आया। असीं तेरे वचन नूं सुनन वाले परमेश्वर आया दूसरी कैटेगरी दे बनिए मेरे खुदाबंद खुदा शनासी, तेरे वचन नूं सुन के अपने दिल विच धारण करिए मेरे खुदाबंद खुदा शनासी। पिता परमेश्वर असीं दोनों कन्नां ते सुनन वाले बनिए परमेश्वर आया, और दिल च बसान वाले बनिए मेरे खुदाबंद खुदा शनासी। तेरा धन्यवाद, तेरी तारीफ, तेरी महिमा करदा मेरे खुदाबंद खुदा शनासी। धन्यवाद ते शुक्र करदा खुदाबंद, तेरे बच्चों नूं मैं तेरे थां सौंप देना परमेश्वर आया। तुसीं मेरी प्रार्थना नूं सुनिया, तुहाडे पाक पवित्र ते मिठे नाम दे विच मंगदे हां, आमीन। हालेलुया। अज असीं की सिखना है कि परमेश्वर दीयां आग्यावां नूं किस तरह पालन करना है, और किहड़ियां-किहड़ियां आग्यावां दा पालन करना है। हालेलुया। आग्या दा पालन करन तो पहले कुछ कंडीशनां याद रखनियां हैगियां। सब तो पहला वचन असीं पढ़ना है पहला शमूएल ਉਹਦਾ 15ਵਾਂ ਅਧਿਆਏ ਉਹਦਾ 1 ਤੋਂ ਲੈ ਕੇ 3 ਤੱਕ ਵਚਨ ਪੜ੍ਹਨਾ ਹੈ। पहला शमूएल की किताब नोट कर ले करो, लिख ले करो नू। पहला शमूएल
शमूएल ने शाऊल से कहा, यहोवा ने अपनी प्रजा इज़राइल पर राज्य करने के लिए तेरा अभिषेक करने को मुझे भेजा था। इसलिए अब यहोवा की बातें सुन ले। सेनाओं का यहोवा यूँ कहता है, मुझे स्मरण है कि अमालेकियों ने इज़राइलियों से क्या किया। जब इज़राइली मिस्र से आ रहे थे तब उन्होंने मार्ग में उनका सामना किया। इसलिए अब तू जाकर अमालेकियों को मार और जो कुछ उनका है उसे बिना कोमलता किए नष्ट कर। क्या पुरुष, क्या स्त्री, क्या बच्चा, क्या दूध पीता, क्या गाय बैल, क्या भेड़ बकरी, क्या ऊंट, क्या गधा, सबको मार डाल। हालेलुया। हालेलुया। देखो ये बच्चों घर जाके पढ़ना तुसीं। पहला शैमुएल की किताब हैगी है, ਉਹਦਾ 15ਵਾਂ ਅਧਿਆਏ ਉਹਦਾ 1 ਤੋਂ ਲੈ ਕੇ 22 ਤੱਕ ਤੁਸੀਂ ਘਰ ਪੜ੍ਹ ਕੇ ਦੇਖਣਾ ਹੈਗਾ। ਮੈਂ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾ ਦਿੰਦਾ ਕੀ ਹੈਗਾ ਇਹਦਾ। ਇੱਕ ਰਾਜਾ ਸੀਗਾ, ਉਹਦਾ ਨਾਮ ਸੀਗਾ ਸ਼ਾਉਲ। ਕੀ ਨਾਮ ਸੀਗਾ? ਸ਼ਾਉਲ। ਸਾਰੇ ਜਣੇ ਬੋਲੇ ਸ਼ਾਉਲ। ਹਾਲੇਲੂਇਆ। ਔਰ ਇੱਕ ਨਬੀ ਸੀਗਾ, ਪਰਮੇਸ਼ਰ ਦਾ ਦਾਸ ਸੀਗਾ, ਉਹਦਾ ਨਾਮ ਸੀਗਾ ਸ਼ੈਮੂਅਲ। ਕੀ ਨਾਮ ਸੀਗਾ? ਸ਼ੈਮੂਅਲ। ਸ਼ੈਮੂਅਲ ਨੂੰ ਪਰਮੇਸ਼ਰ ਦੀ ਆਗਿਆ ਮਿਲੀ ਔਰ ਸ਼ੈਮੂਅਲ ਨੂੰ परमेश्वर की आग्ञा के अनुसार परमेश्वर ने कहा कि जा जाके शाऊल नूं कह कि तू कित्थे जाके अमालेकियां दे जाके की कर, युद्ध कर। और युद्ध करन तो बाद की कर भला जो भी उत्थे समान मिलता सारा का सारा की कर दे, नष्ट कर दे, एक भी चीज़ नहीं छड्डनी हैगी। हालेलुया। इस तो बाद की होया, इहदे 20वें वचन पढ़ना है। कहते शाऊल ने शैमुएल से कहा, निस्संदेह मैंने यहोवा की बात मानकर जिधर यहोवा ने मुझे भेजा उधर चला और अमालेकियों के राजा को ले आया हूँ और अमालेकियों का सत्यानाश किया है। हालेलुया। परंतु प्रजा के लोग लूट में से भेड़ बकरियां और गाय बैलों अर्थात नष्ट होने की उत्तम उत्तम वस्तुओं को गिलगाल में तेरे परमेश्वर यहोवा के लिए बलि चढ़ाने को ले आए हैं। हालेलुया। की किता देखो, शैमुएल ने शाऊल नूं कहा कि तू अमालेकियां दे जाके युद्ध कर और युद्ध करने तो बाद जो भी उत्थे बचदा मिलदा सब कुछ खत्म कर दे, नष्ट कर दे। और शाऊल की गया, शाऊल गया, लड़के आया, जित हासिल की है, अमालेकियां नूं मारता ने सब कुछ नष्ट कर दिता है। और आने तो बाद जो आया हो और जो घर आया, एक वचन च पढ़िया, देखो 10वां वचन क्या, तब यहोवा का ये वचन शैमुएल के पास पहुंचा, मैं शाऊल को राजा बनाने से पछताया हूँ क्योंकि उसने मेरे पीछे चलना छोड़ दिया है और मेरी आज्ञाओं का पालन नहीं किया। देखो की किया, देखो शाऊल नूं परमेश्वर ने कहा कि तू जाके अमालेकियां नाल युद्ध करना, वो गया युद्ध करके आया, लेकिन फिर भी की होया भला, फिर भी परमेश्वर ने कहा कि तू मेरी आज्ञा का पालन नहीं किया। हालेलुया। शाऊल नूं परमेश्वर ने कहा कि तू युद्ध करके आ, और युद्ध करन गया, लड़ के आया, उन्हें कहा तू जित हासिल करनी, जित भी मिल गई उन्होंने, लेकिन फिर भी परमेश्वर ने कहा तू मेरी आज्ञा का पालन नहीं किया। की किया उन्हें भला, देखो उन्हें की किया। शाऊल ने शैमुएल से कहा, निस्संदेह मैंने यहोवा की बात मानकर जिधर यहोवा ने मुझे भेजा था उधर चला और अमालेकियों के राजा को ले आया हूँ और अमालेकियों का सत्यानाश कर दिया है, उन्हें कर दिया सारा कुछ, ठीक है। लेकिन एक चीज़ की देखो, परंतु प्रजा के लोग लूट में से भेड़ बकरियां और गाय बैलों अर्थात नष्ट होने की उत्तम उत्तम वस्तुओं को गिलगाल में तेरे परमेश्वर यहोवा के लिए बलि चढ़ाने के लिए है। उन्होंने की किया, जी भेड़ बकरियां ना बड़ी बड़ी वधिया वधिया जी चीज़ां वो सारियां बचा के रखियां, लेकिन परमेश्वर ने कहा सब कुछ नष्ट करना, कुछ भी नहीं बचाना गा। और उन्होंने की किया, बड़ी वधिया चीज़ां जिहड़ियां कदे फिर परमेश्वर नूं चढ़ाउण वास्ते लाए हैं, असीं परमेश्वर के भवन चढ़ाउण वास्ते लाए हैं, असीं वधिया वधिया चीज़ां। अगे देखो परमेश्वर ने की किया, देखो शैमुएल ने कहा, क्या यहोवा होम बलियों और मेल बलियों से प्रसन्न होता है? क्या यहोवा होम बलियों और मेल बलियों से उतना प्रसन्न होता है जितना कि अपनी बात के माने जाने से प्रसन्न होता है? सुन, मानना तो बलि चढ़ाने से और कान लगाना मेड़ों की चर्बी से उत्तम है। हालेलुया। गल याद रखनी की हैगी है, कहते भेंट चढ़ाने नालों बैटर की है भला परमेश्वर की गल मनना। कहते क्या जी तू चीज़ां लैके आया ये नालों ज़्यादा उत्तम है गल नहीं है कि तू मेरी गल मनदा। हालेलुया। उन्हें सब कुछ मन्निया, लेकिन उन्हें फिर भेड़ बकरियां चढ़ाने वास्ते लिआंदे कि बड़ी बड़ी वधिया चीज़ां मिली हैगियां, ये ही भवन च चढ़ानियां हैगियां। लेकिन परमेश्वर कहता तेरी भवन चढ़ाने की भेंट नालों बैटर की है भला कि तू मेरी आज्ञा मन। हालेलुया। पहला पॉइंट याद रखना, हुण आज्ञा मनने दे विच पहला पॉइंट क्या है, अद्धी अधूरी आज्ञा मनना जिहड़ा है वो परमेश्वर का उल्लंघन है। याद रखना, आज्ञा मनना तो परमेश्वर की महिमा हैगी है, लेकिन गल याद रखनी है अद्धी अधूरी आज्ञा मनना जिहड़ा है
ਉਹ ਪਰਮੇਸ਼ਰ ਦੀ ਆਗਿਆ ਦਾ ਉਲੰਘਣ ਹੈਗਾ। ਅਗਰ ਪਰਮੇਸ਼ਰ ਦੀ ਆਗਿਆ ਮੰਨਣੀ ਹੈ ਤਾਂ ਪੂਰੀ ਮੰਨਣੀ ਹੈਗੀ ਹੈ। ਪਰਮੇਸ਼ਰ ਦੀ ਆਗਿਆ ਮੰਨਣੀ ਹੈ ਤੇ ਪੂਰੀ ਮੰਨਣੀ ਹੈ। ਛੋਟੀ ਜਿਹੀ ਗੱਲ ਨਹੀਂ ਕਿ ਅਸੀਂ ਇਹ ਛੱਡ ਦਿੰਦੇ ਹਾਂ, ਆਪਣੇ ਫਾਇਦੇ ਵਾਸਤੇ ਉਹ ਗੱਲ ਨਹੀਂ ਛੱਡਣੀ ਹੈਗੀ। ਜਦੋਂ ਅਸੀਂ ਗੱਲ ਮੰਨਣੀ ਹੈ ਤੇ 100% ਮੰਨਣੀ ਹੈਗੀ ਹੈ। ਪਰਮੇਸ਼ਰ ਨੇ ਜੋ ਤੁਹਾਨੂੰ ਹੁਕਮ ਦਿੱਤਾ, ਪਰਮੇਸ਼ਰ ਦੇ ਦਾਸ ਨੇ ਜੋ ਤੁਹਾਨੂੰ ਹੁਕਮ ਦਿੱਤਾ, ਉਹਨੂੰ 100% ਮੰਨਣਾ ਹੈਗਾ। ਹਾਲੇਲੂਇਆ। 1% ਵੀ ਘਟਾਉਣਾ ਨਹੀਂ ਹੈਗਾ। ਚਲੋ ਇੰਨੀ ਜਿਹੀ ਛੋਟੀ ਜਿਹੀ ਗੱਲ ਕਰ ਲੈਂਦੇ ਹਾਂ। ਚੱਲ ਮੈਂ ਇੰਨੀ ਜਿਹੀ ਗੱਲ ਕਰ ਲੈਂਦੇ ਹਾਂ, ਇਹਦੇ ਨਾਲ ਮੈਨੂੰ ਕੀ ਹੋਏਗਾ। ਚਲੋ ਮੈਂ ਗੱਲ ਤੇ ਪ੍ਰਭੂ ਦੀ ਮੰਨਦੀ ਪਈ ਹੈਗੀ ਆ, ਇਹ ਇੰਨੀ ਜਿਹੀ ਗੱਲ ਕਰ ਲੈਣੀ ਹੈ, ਫਿਰ ਕੀ ਹੋਇਆ। ਉੱਥੇ ਅਟੈਕ ਮਾਰ ਦੇਣਾ ਸ਼ੈਤਾਨ ਨੇ। ਇਹ ਗੱਲ ਯਾਦ ਰੱਖਣੀ ਹੈ। ਇਸ ਕਰਕੇ ਸ਼ੈਤਾਨ ਤੁਹਾਡੇ ਵੱਲ ਕਹਿੰਦੇ, ਸ਼ੈਤਾਨ ਹਮੇਸ਼ਾ ਕੀ ਕਰਦਾ ਭਲਾ, ਬੁੱਕ ਦੇ ਸਿੰਘ ਵਾਂਗੂ ਤੁਹਾਨੂੰ ਭਾਲਦਾ ਪਿਆ ਕਿ ਕਿਸਲੇ ਤੁਹਾਨੂੰ ਨਸ਼ਟ ਕਰ ਦਈਏ। ਇਸ ਕਰਕੇ ਪਹਿਲੀ ਗੱਲ ਤੁਸੀਂ ਇਹ ਯਾਦ ਰੱਖਣੀ ਹੈ, ਅੱਧੀ ਅਧੂਰੀ ਆਗਿਆ ਮੰਨਣਾ ਪਰਮੇਸ਼ਰ ਦੀ ਆਗਿਆ ਦਾ ਪਾਲਣ ਦਾ ਉਲੰਘਣ ਹੈਗਾ। ਹਾਲੇਲੂਇਆ। ਇਹਦਾ ਮਤਲਬ ਜਦੋਂ ਆਗਿਆ ਮੰਨਣੀ ਹੈਗੀ ਹੈ ਤੇ 100% ਮੰਨਣੀ ਹੈ। ਇਹ ਨਹੀਂ ਹੈਗਾ ਕਿ ਜੇ ਤੁਹਾਨੂੰ ਕਿਹਾ ਹੈ ਕਿ ਤੁਸੀਂ ਡਰਿੰਕ ਕਰਨਾ ਬੰਦ ਕਰ ਦਿਓ, ਤੁਸੀਂ ਇੰਨੀ ਚੀਜ਼ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਇੰਨਾ ਜਿਹਾ ਪੀ ਲੈਣਾ। ਚੱਲ ਪੀ ਲੈਣਾ, ਅੱਜ ਖੁਸ਼ੀ ਵਾਲੀ ਗੱਲ ਹੈਗੀ ਹੈ। ਨੋ, ਜੇ ਤੁਹਾਨੂੰ ਪਰਮੇਸ਼ਰ ਨੇ ਕਿਹਾ ਕਿ ਨਹੀਂ ਕਰਨਾ ਤੇ 100% ਹੈਗਾ ਕਿ ਨਹੀਂ ਕਰਨਾ ਹੈਗਾ। ਹਾਲੇਲੂਇਆ। ਕਈ ਪਤਾ ਕਹਿੰਦੇ ਅੱਜ ਬੜੇ ਥੱਕ ਗਿਆ ਤੇ ਅੱਜ ਪੀ ਲੈਣਾ, ਤੇ ਜਨਾਨੀਆਂ ਜੇ ਥੱਕਾ ਤੇ ਫਿਰ ਕੀ ਕਰਨਾ। ਹਾਲੇਲੂਇਆ। ਉਹ ਵੀ ਕਹਿਣਗੇ ਇੱਕ ਪੈਗ ਲਾ ਹੀ ਲੈਂਦੇ ਚਲੋ। ਹਾਲੇਲੂਇਆ। ਇਸ ਕਰਕੇ ਗੱਲ ਯਾਦ ਰੱਖਣੀ ਹੈ। ਕਹਿੰਦੇ ਕੀ ਹੈ ਭਲਾ, ਆਗਿਆ ਨੂੰ ਅੱਧੀ ਅਧੂਰੀ ਮੰਨਣਾ ਵੀ ਕੀ ਹੈਗਾ ਭਲਾ, ਆਗਿਆ ਦੀ ਪਾਲਣਾ ਦਾ ਉਲੰਘਣ ਹੈਗਾ। ਯਾਦ ਰੱਖਣਾ। ਜੇ ਮੰਨਣੀ ਹੈ ਤੇ 100% ਮੰਨਣੀ ਹੈਗੀ ਕਿ ਹਾਂ ਪਰਮੇਸ਼ਰ ਮੈਂ ਤੇਰੀ ਆਗਿਆ ਮੰਨਣਾ, ਕਿਉਂਕਿ ਪਰਮੇਸ਼ਰ ਨੇ ਕਿਹਾ ਜਿਹੜਾ ਇਨਸਾਨ ਮੇਰੀ ਆਗਿਆ ਮੰਨੇਗਾ ਉਹ ਬਲੈਸ ਹੋਏਗਾ, ਉਹਦੇ ਘਰ ਵੀ ਬਲੈਸ ਹੋਣਗੇ, ਉਹ ਜਿੱਥੇ ਜਾਏਗਾ ਬਲੈਸ ਹੋਏਗਾ, ਉਹ ਜਿੱਥੇ ਆਏਗਾ ਘਰ ਤਾਂ ਵੀ ਬਲੈਸ ਹੋਣਗੇ, ਜਿਹਦੇ ਨਾਲ ਗੱਲ ਕਰੇਗਾ ਉਹ ਵੀ ਬਲੈਸ ਹੋਏਗਾ। ਹਰ ਇੱਕ ਇਨਸਾਨ ਉਹ ਬਲੈਸ ਮਤਲਬ ਉਹਦੇ ਦੁਆਰਾ ਬਲੈਸ ਹੋਏਗਾ। ਪਰਮੇਸ਼ਰ ਨੇ ਕੀ ਕਿਹਾ ਭਲਾ ਕਿ ਜਿਹੜਾ ਮੇਰੀ ਆਗਿਆ ਮੰਨੇਗਾ। ਇਹ ਨਹੀਂ ਆਗੇ ਸਾਰੇ ਇੱਦਾਂ ਥੋੜ੍ਹੀ ਕਹਿੰਦੇ ਬਲੈਸਡ ਯੂ ਆਰ ਬਲੈਸਡ, ਨਹੀਂ। ਪਹਿਲੇ ਕੀ ਕਰਨਾ ਪੈਣਾ ਭਲਾ, ਸਾਨੂੰ ਆਪਣੇ ਅੰਦਰੋਂ ਕਮੀ ਕਰਨੀ ਪੈਣੀ ਹੈਗੀ। ਹਾਲੇਲੂਇਆ। ਆਪਣੇ ਅੰਦਰੋਂ ਕਮੀ ਕੱਢੋਗੇ ਤਾਂ ਹੀ ਤੁਸੀਂ ਤੁਹਾਡੇ ਅੰਦਰ ਬਲੈਸਿੰਗ ਆਏਗੀ। ਮੰਨ ਲਓ ਕਿ ਇੱਕ ਬੱਚਾ ਹੈ, ਉਹਨੂੰ ਟੋਇਲਟ ਲੱਗੇ ਦਾ ਬੜਾ ਜ਼ਿਆਦਾ, ਤੁਹਾਨੂੰ ਬੜਾ ਟੋਇਲਟ ਲੱਗਿਆ, ਤੁਹਾਨੂੰ ਖਿਲਾਈ ਜਾਓਗੇ ਤੁਸੀਂ। ਪਹਿਲੇ ਟੋਇਲਟ ਕਰਨ ਜਾਏਗਾ, ਉਹ ਅੰਦਰੋਂ ਗੰਦਗੀ ਕੱਢੇਗਾ, ਉਸ ਤੋਂ ਬਾਅਦ ਕੁਛ ਖਾਏਗਾ। ਹਾਲੇਲੂਇਆ। ਹੁਣ ਉਹ ਕਿ ਤੁਸੀਂ ਕਹੋਗੇ ਤੁਸੀਂ ਪਰੌਂਠੇ ਬਣਾਏ ਦੇ ਆ, ਵਧੀਆ ਚੀਜ਼ਾਂ ਬਣਾਈ ਦੀਆਂ ਔਰ ਉਹਨੂੰ ਟੋਇਲਟ ਲੱਗਿਆ ਹੈਗਾ, ਤੁਸੀਂ ਕਹੋ ਖਾ 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 ਖਾ, ਉਹ ਖਾਏਗਾ। ਉਹ ਪਹਿਲੇ ਕੀ ਕਰੇਗਾ ਭਲਾ, ਟੋਇਲਟ ਕਰਨ ਜਾਏਗਾ। ਜੇ ਨਹੀਂ ਜਾਏਗਾ ਤਾਂ ਕੀ ਹੋਏਗਾ ਭਲਾ, ਆਪਣਾ ਹੀ ਕੰਮ ਖਰਾਬ ਕਰੇਗਾ। ਹਾਲੇਲੂਇਆ। ਔਰ ਉਹਦੇ ਨਾਲ ਕੀ ਹੋਏਗਾ, ਸੋ ਗੰਦਗੀ ਫੈਲੇਗੀ। ਇਸ ਕਰਕੇ ਕੀ ਹੋਏਗਾ ਭਲਾ, ਸਭ ਤੋਂ ਪਹਿਲੇ ਆਪਣੇ ਅੰਦਰੋਂ ਕੀ ਕੱਢੋ ਭਲਾ, ਆਪਣੇ ਅੰਦਰੋਂ ਗੰਦਗੀ ਬਾਹਰ ਕੱਢੋ, ਫਿਰ ਬਲੈਸਿੰਗ ਲਵੋ ਪਰਮੇਸ਼ਰ ਦੀ। ਹਾਲੇਲੂਇਆ। ਪਰਮੇਸ਼ਰ ਨੇ ਕਿਹਾ ਜਿਹੜਾ ਮੇਰੀ ਆਗਿਆ ਮੰਨੇਗਾ ਉਹ ਬਲੈਸ ਹੋਏਗਾ ਪਰਮੇਸ਼ਰ ਦੇ ਨਾਮ ਦੇ ਵਿੱਚ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ 100% ਬਲੈਸ ਹੈਗੇ ਹੋ। ਆਉਣ ਵਾਲੇ ਟਾਈਮ 'ਚ ਮੈਂ ਗਵਾਹੀਆਂ ਦੇਖਦਾ ਪਿਆ, ਮੈਂ ਦੇਖਦਾ ਮੈਂ ਪਰਮੇਸ਼ਰ ਦੀ ਆਤਮਾ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਬੜੀਆਂ ਬਲੈਸਿੰਗ ਆਉਣੀਆਂ ਹੈਗੀਆਂ। ਲੇਕਿਨ ਜੇ ਕੰਡੀਸ਼ਨ ਕੀ ਹੈਗੀ ਭਲਾ, ਜੇ ਆਗਿਆ ਦਾ ਪਾਲਣ ਕਰੋਗੇ ਤਾਂ। ਪਹਿਲਾ ਪੁਆਇੰਟ ਕੀ ਹੈਗਾ ਕਿ ਆਗਿਆ ਅੱਧੀ ਅਧੂਰੀ ਮੰਨਣਾ ਜਿਹੜਾ ਉਹ ਆਗਿਆ ਦਾ ਉਲੰਘਣ ਹੈਗਾ। ਹਾਲੇਲੂਇਆ। ਦੂਸਰਾ ਪੁਆਇੰਟ ਅਸੀਂ ਪੜ੍ਹਨਾ ਹੈਗਾ, ਦੂਸਰੇ ਪਾਸੇ ਇੱਕ ਵਚਨ ਪੜ੍ਹਨਾ ਹੈ। ਮੱਤੀ ਦੀ ਇੰਜੀਲ ਉਹਦਾ 25ਵਾਂ ਅਧਿਆਏ ਉਹਦਾ 1 ਤੋਂ ਲੈ ਕੇ 13 ਤੱਕ ਵਚਨ ਪੜ੍ਹਨਾ ਹੈਗਾ। ਮੱਤੀ ਦੀ ਇੰਜੀਲ ਉਹਦਾ 25ਵਾਂ ਅਧਿਆਏ ਉਹਦਾ 1 ਤੋਂ 13। स्वर्ग का राज्य उन 10 कुंवारियों के समान होगा जो अपनी मशालें लेकर दूल्हे से भेंट करने को निकली। हाँ जी, 10 कुंवारियाँ दूल्हे का भेंट करने निकली है। दूल्हे का मतलब परमेश्वर। हालेलुया। 10 कुंवारियाँ का मतलब कलीसिया। देखो की किता है, उनमें 5 मूर्ख और 5 समझदार थे। उन्हां विच 5 मूर्ख सीगियां ते 5 समझदार सीगियां। अगे देखो की कहदा, मूर्खों ने अपनी मशालें तो ली परंतु अपने साथ तेल नहीं लिया। मूर्ख ਜਿਹੜੇ ਹੈਗੇ ਆ ਉਹਨਾਂ ਨੇ ਕੀ ਕੀਤਾ, ਮਸ਼ਾਲੇ ਲੈ ਲਈਆਂ ਲੇਕਿਨ ਤੇਲ ਨਹੀਂ ਲਿਆ। ਜਲਾ ਕੇ ਗਈਆਂ, ਵੈਸੇ ਜਲਾਈ ਦੇ ਦੋਨਾਂ ਨੇ ਹੈਗੀਆਂ ਮਸ਼ਾਲਾਂ। 5 ਨੇ ਕੀ ਕੀਤਾ ਭਲਾ, ਆਪਣੇ ਨਾਲ ਤੇਲ ਵੀ ਲੈ ਕੇ ਚੱਲ ਗਈਆਂ ਹੈਗੀਆਂ। ਠੀਕ ਹੈ, ਇਹ ਘਰ ਜਾ ਕੇ ਤੁਸੀਂ ਪੜ੍ਹਨਾ ਪੂਰਾ, ਮੈਂ ਤੁਹਾਨੂੰ ਡਿਟੇਲ ਸਾਰਾ ਸਮਝਾ ਦੇਣਾ। ਪਰਮੇਸ਼ਰ ਦਾ ਮਤਲਬ ਦੂਲਾ ਔਰ 10 ਕੁਵਾਰੀਆਂ ਦਾ ਮਤਲਬ ਪਰਮੇਸ਼ਰ ਦੇ ਬੱਚੇ। ਠੀਕ ਹੈ, ਯਾਨੀ ਕਿ ਕਲੀਸਿਆ ਹੋ ਗਈ। 10 ਵਿੱਚੋਂ 5 ਜਿਹੜੀਆਂ ਸੀਗੀਆਂ ਮੂਰਖ ਸੀਗੀਆਂ, ਉਹਨਾਂ ਨੇ ਕੀ ਕੀਤਾ, ਮਸ਼ਾਲਾਂ ਤਾਂ ਲੈ ਲਈਆਂ ਲੇਕਿਨ ਤੇਲ ਨਹੀਂ ਲਿਆ। ਉਹਨਾਂ ਨੂੰ ਕਿਹਾ ਹੋਣਾ ਕਿ ਭੈਣ ਤੂੰ ਤੇਲ ਲਾਇਆ, ਉਹ ਕਹਿੰਦੇ ਸਾਡੇ ਬੜੇ ਤੇਲ ਕੀ ਲੈਣਾ। ਠੀਕ ਹੈ, ਉਹ ਤੇਲ ਲਏ ਬਗੈਰ ਚੱਲ ਗਈਆਂ। ਔਰ 5 ਇੱਦਾਂ ਦੀਆਂ ਜਿਹੜੀਆਂ ਤੇਲ ਵੀ ਲੈ ਕੇ ਗਈਆਂ ਹੈਗੀਆਂ। ਔਰ ਇੱਕ ਟਾਈਮ ਕੀ ਹੋਇਆ ਭਲਾ, ਇੱਕ ਟਾਈਮ 'ਚ ਕੀ ਹੋਇਆ, ਦੂਲਾ ਆ ਗਿਆ ਜਿਨ੍ਹਾਂ ਨੇ ਮਸ਼ਾਲਾਂ 'ਚ ਤੇਲ ਪਾਇਆ ਸੀਗਾ। ਜਿਹੜਾ ਤੇਲ ਲੈ ਕੇ ਗਏ ਸੀ ਉਹਨੇ 'ਚ ਉਹਨੂੰ ਹਨੇਰਾ ਹੋ ਗਿਆ ਨਾ, ਔਰ ਉਹ ਮਸ਼ਾਲਾਂ ਬੁਝ ਗਈਆਂ। ਲੇਕਿਨ ਜਿਨ੍ਹਾਂ ਦੇ ਕੋਲ ਤੇਲ ਸੀਗਾ ਉਹਨਾਂ ਨੇ ਕੀ ਕੀਤਾ ਭਲਾ, ਤੇਲ ਪਾ ਲਿਆ ਦੁਆਰ ਤੋਂ, ਤਾਂ ਮਸ਼ਾਲਾਂ ਜਗਦੀ ਰਹਿ ਗਈਆਂ। ਤੇ ਜਿਨ੍ਹਾਂ ਨੇ ਤੇਲ ਨਹੀਂ ਲਿੱਤਾ ਉਹ ਕੀ ਹੋ ਗਿਆ ਭਲਾ, ਉਹਨਾਂ ਦੀ ਮਸ਼ਾਲਾਂ ਬੁਝ ਗਈਆਂ, ਉਹਨਾਂ ਨੂੰ ਦੂਲਾ ਲੱਭਿਆ ਹੀ ਨਹੀਂ। ਔਰ ਜਦੋਂ 5 ਕੁਵਾਰੀਆਂ ਜਿਹੜੇ ਤੇਲ ਲੈ ਕੇ ਗਈਆਂ ਸੀਗੀਆਂ, ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਲੈ ਲਿਆ। ਔਰ ਜਿਹੜੀ ਦੂਸਰੀਆਂ ਸੀਗੀਆਂ ਉਹਨਾਂ ਨੂੰ ਪਰਮੇਸ਼ਰ ਕਹਿੰਦਾ ਅਸੀਂ ਤੁਹਾਨੂੰ ਜਾਣਦੇ ਨਹੀਂ ਹੈਗੇ। ਦਰਵਾਜ਼ਾ ਬੰਦ ਹੋ ਗਿਆ, ਦਰਵਾਜ਼ਾ ਖੜਕਾਉਂਦੇ ਰਹੇ। ਔਰ ਮੈਂ ਤੇਲ ਲੈ ਕੇ ਚੱਲੀ ਆਈ ਹਾਂ ਮੈਂ ਤੇਲ ਲੈ ਕੇ।
ਚੱਲ ਗਈਆਂ ਤੇਲ ਲੈ ਕੇ ਤੇਲ ਲੈਣ, ਔਰ ਜਿਹੜੇ ਬਾਅਦ 'ਚ ਦੇਖਿਆ ਦਰਵਾਜ਼ਾ ਬੰਦ ਹੋ ਗਿਆ ਸੀਗਾ। ਹਾਲੇਲੂਇਆ। ਦੂਸਰਾ ਪੁਆਇੰਟ ਯਾਦ ਰੱਖਣਾ, ਆਗਿਆ ਦੇਰ ਨਾਲ ਮੰਨਣਾ ਵੀ ਆਗਿਆ ਦਾ ਉਲੰਘਣ ਹੈਗਾ। ਹਾਲੇਲੂਇਆ। ਦੂਸਰਾ ਪੁਆਇੰਟ ਕੀ ਹੈਗਾ ਭਲਾ? ਆਗਿਆ ਦੇਰ ਨਾਲ ਮੰਨਣਾ ਵੀ ਆਗਿਆ ਦਾ ਉਲੰਘਣ ਹੈ। ਕਈ ਕਹਿੰਦੇ ਕੋਈ ਗੱਲ ਨਹੀਂ ਮੈਂ ਮਹੀਨੇ ਬਾਅਦ ਛੱਡ ਦਾਂਗਾ, ਕੋਈ ਕਹਿੰਦਾ ਮੈਂ ਸਾਲ ਬਾਅਦ ਛੱਡ ਦਾਂਗਾ। ਪੁਆਇੰਟ ਕੀ ਹੈਗਾ ਭਲਾ? ਆਗਿਆ ਦੇਰ ਨਾਲ ਮੰਨਣਾ ਵੀ ਆਗਿਆ ਦਾ ਉਲੰਘਣ ਹੈਗਾ। ਕਈ ਕਹਿੰਦੇ ਮੇਰਾ ਟਾਈਮ ਹੀ ਨਹੀਂ ਆਇਆ, ਹਜੇ ਨਹੀਂ ਟਾਈਮ ਆਇਆ ਮੇਰਾ ਨਾ, ਹਜੇ ਤੇ ਟਾਈਮ ਆਉਣਾ ਹੈ ਮੇਰਾ ਨਾ, ਹਜੇ ਬੜੀ ਉਮਰ ਹੈ ਮੇਰੀ। ਹਾਲੇਲੂਇਆ। ਆਗਿਆ ਪਹਿਲਾਂ ਮੈਂ ਪੁਆਇੰਟ ਕੀ ਦੱਸਿਆ ਭਲਾ ਤੁਹਾਨੂੰ ਕਿ ਆਗਿਆ ਅੱਧੀ ਅਧੂਰੀ ਆਗਿਆ ਮੰਨਣਾ ਕੀ ਹੈਗਾ ਭਲਾ? ਆਗਿਆ ਦਾ ਉਲੰਘਣ ਹੈਗਾ। ਔਰ ਦੂਸਰਾ ਪੁਆਇੰਟ ਤੁਹਾਨੂੰ ਮੈਂ ਦੱਸਿਆ ਕਿ ਆਗਿਆ ਦੇਰ ਨਾਲ ਮੰਨਣਾ ਵੀ ਕੀ ਹੈਗਾ ਭਲਾ? ਆਗਿਆ ਦਾ ਉਲੰਘਣ। 5 ਕੁਵਾਰੀਆਂ ਜਿਹੜੀ ਪਹਿਲੇ ਤਿਆਰ ਸੀਗੀਆਂ ਉਹ ਪਰਮੇਸ਼ਰ ਨੂੰ ਨਾਲ ਲੈ ਗਏ, ਔਰ 5 ਕੁਵਾਰੀਆਂ ਕਹਿੰਦੇ ਹੁਣੇ ਮੈਂ ਤੇਲ ਲੈ ਕੇ ਆਉਂਦੇ ਹਾਂ, ਲੇਕਿਨ ਪਰਮੇਸ਼ਰ ਕਹਿੰਦੇ ਹੁਣੇ ਤੈਨੂੰ ਅਸੀਂ ਹੁਣ ਟਾਈਮ ਨਿਕਲ ਗਿਆ। ਇਸ ਕਰਕੇ ਦੂਸਰਾ ਪੁਆਇੰਟ ਕੀ ਹੈਗਾ ਭਲਾ? ਆਗਿਆ ਦੇਰ ਨਾਲ ਮੰਨਣਾ ਵੀ ਆਗਿਆ ਦਾ ਉਲੰਘਣ ਹੈਗਾ। ਦੇਰ ਹੋ ਗਈ ਆ, ਤੁਸੀਂ ਫਿਰ ਕੋਈ ਗੱਲ ਨਹੀਂ ਹੁਣ ਮੈਂ ਪਰਮੇਸ਼ਰ ਨੂੰ ਮੰਨਣਾ ਸ਼ੁਰੂ ਕਰ ਦੇਣਾ ਜਾਂ ਮੈਂ ਕਰ ਦਿੰਦੀ ਹੈਗੀ ਆ, ਤੇ ਉਹ ਕੀ ਹੋ ਗਿਆ ਭਲਾ? ਉਲੰਘਣ ਹੋ ਗਿਆ। ਪਰਮੇਸ਼ਰ ਨੇ ਕੀ ਕਿਹਾ? ਬਲੈਸਿੰਗ ਤੁਹਾਨੂੰ ਤਾਂ ਹੀ ਮਿਲਣੀ ਹੈਗੀ ਹੈ ਜੇ ਤੁਸੀਂ ਕੀ ਕਰੋਗੇ ਭਲਾ? ਆਗਿਆ ਨੂੰ ਮੰਨੋਗੇ। ਦੇ ਆਗਿਆ ਦੇਰ ਨਾਲ ਮੰਨਣਾ ਵੀ ਕੀ ਹੈਗਾ? ਆਗਿਆ ਦਾ ਉਲੰਘਣ ਹੈਗਾ। ਦੇਰ ਕਰਤੀ ਤੁਸੀਂ, ਕੋਈ ਗੱਲ ਨਹੀਂ ਥੋੜਾ ਟਾਈਮ ਬਾਅਦ ਮੰਨ ਲਾਂਗੇ ਪਾਸਟਰ ਦੀ ਗੱਲ, ਤੇ ਕੀ ਹੋ ਗਿਆ? ਉਹ ਵੀ ਕੀ ਹੋ ਗਿਆ ਭਲਾ? ਆਗਿਆ ਦਾ ਉਲੰਘਣ ਹੈਗਾ। ਹਾਲੇਲੂਇਆ। ਇੱਕ ਟਾਈਮ ਇੱਦਾਂ ਦਾ ਆਉਣਾ ਹੈਗਾ ਕਿ ਜਿਲੇ ਤੁਸੀਂ ਕਹੋਗੇ ਕਿ ਪਾਸਟਰ ਦੀ ਗੱਲ ਮੰਨਣੀ ਹੈਗੀ ਹੈ, ਲੇਕਿਨ ਉਸ ਟਾਈਮ ਕੀ ਹੋਣਾ ਭਲਾ? ਉਹ ਟਾਈਮ ਨਿਕਲ ਕੇ ਜਾਣਾ। ਕਹਿੰਦੇ ਸਮੇਂ ਤੇ ਸਮਝ ਇਹ ਬੜਾ ਖੁਸ਼ ਨਸੀਬ ਇਨਸਾਨ ਹੁੰਦਾ ਜਿਹਦੇ ਕੋਲ ਹਰ ਟਾਈਮ ਹੁੰਦੀ ਹੈਗੀ ਹੈ, ਸਮੇਂ ਤੇ ਸਮਝ। ਆਮ ਤੌਰ 'ਤੇ ਕੀ ਹੁੰਦਾ ਹੈਗਾ? ਜਿਲੇ ਸਾਡੇ ਕੋਲ ਸਮੇਂ ਹੁੰਦਾ ਹੈ ਉਸਲੇ ਸਮਝ ਨਹੀਂ ਹੁੰਦੀ ਹੈਗੀ, ਤੇ ਜਿਲੇ ਸਮਝ ਆਉਂਦੀ ਹੈ ਤਾਂ ਉਸਲੇ ਸਮੇਂ ਨਿਕਲ ਕੇ ਜਾਂਦਾ। ਹਾਲੇਲੂਇਆ। ਹਾਲੇਲੂਇਆ। ਇੱਕ ਬੱਚਾ ਜਿਹੜਾ ਉਹ ਮੰਨ ਲਓ ਕਿ ਉਹਦੇ ਕੋਲ ਟਾਈਮ ਹੈਗਾ ਪੇਪਰ ਦੀ ਤਿਆਰੀ ਕਰਨ ਵਾਸਤੇ, ਔਰ ਉਹ ਨਹੀਂ ਪੜ੍ਹਦਾ ਪਿਆ ਹੈਗਾ। ਮੰਨ ਲਓ ਕਿ ਉਹ ਕੁਐਸਚਨ ਜਿਹੜੇ ਪੇਪਰ 'ਚ ਆਉਣੇ ਸੀਗੇ ਉਹ ਪੇਪਰ 'ਚ ਆ ਗਏ ਹੈਗੇ ਆ, ਔਰ ਉਸਲੇ ਕਹਿੰਦਾ ਹਾਂ ਯਾਰ ਇਹ ਤਾਂ ਕੁਐਸਚਨ ਮੇਰੇ ਪੜ੍ਹਨ ਦਾ ਟਾਈਮ ਇਹ ਤਾਂ ਆਉਣੇ ਸੀ, ਲੇਕਿਨ ਉਹਨੂੰ ਕੋਈ ਹੁਣ ਟਾਈਮ ਨਹੀਂ ਦੇਗਾ ਕਿ ਤੂੰ ਯਾਦ ਕਰ ਲੈ। ਹਾਲੇਲੂਇਆ। ਉਹ ਟਾਈਮ ਨਿਕਲ ਜਾਣਾ ਉਸ ਟਾਈਮ। ਇਹਦਾ ਮਤਲਬ ਆਗਿਆ ਨੂੰ ਦੇਰ ਨਾਲ ਮੰਨਣਾ ਵੀ ਕੀ ਹੈਗਾ? ਆਗਿਆ ਦਾ ਉਲੰਘਣ ਹੈਗਾ। ਹਾਲੇਲੂਇਆ। ਪਹਿਲੀ ਗੱਲ ਕੀ ਦੱਸਿਆ ਮੈਂ ਤੁਹਾਨੂੰ? ਅੱਧੀ ਅਧੂਰੀ ਆਗਿਆ ਮੰਨਣਾ ਵੀ ਕੀ ਹੈਗਾ ਭਲਾ? ਆਗਿਆ ਦਾ ਉਲੰਘਣ ਹੈਗਾ। ਅੱਧੀ ਅਧੂਰੀ ਆਗਿਆ ਮੰਨਣਾ। ਜੇ ਤੁਹਾਨੂੰ ਕਿਹਾ ਜਾਂਦਾ ਹੈਗਾ ਕਿ ਤੁਸੀਂ ਇੰਨੇ ਗਲਾਸ ਪਾਣੀ ਪੀਣਾ ਤੇ ਤੁਸੀਂ ਕਹੋਗੇ ਇੰਨੇ ਪੀ ਲੈਂਦੇ ਆ, ਸਾਡੇ ਬਾਰੇ ਇੰਨੇ ਗਲਾਸ ਜਲ ਪੀਣਾ, ਤੇ 100% ਉੱਦਾਂ ਹੀ ਮੰਨਣਾ ਹੈਗਾ। ਜੇ ਤੁਹਾਨੂੰ ਕਿਹਾ ਕਿ ਤੁਸੀਂ 3 ਗਲਾਸ ਸਵੇਰੇ ਖਾਲੀ ਪੇਟ ਜਲ ਪੀਣਾ ਹੈਗਾ ਤਾਂ ਪੀਣਾ ਹੈ, ਉਹ ਐ ਨਹੀਂ ਹੈਗਾ ਕਿ 2.5 ਪੀ ਲੈਂਦੇ ਆ, ਅੱਧੀ ਅਧੂਰੀ ਆਗਿਆ। ਫਿਰ ਕਹਿਣਾ ਪਾਸਟਰ ਜੀ ਅਸੀਂ ਤਾਂ ਕਰਦੇ ਪਏ ਹੈਗੇ, ਲੇਕਿਨ ਸਾਨੂੰ ਟ੍ਰੀਟਮੈਂਟ ਸਾਡਾ ਇਲਾਜ ਨਹੀਂ ਹੁੰਦਾ ਪਿਆ। ਲੇਕਿਨ ਪਰਮੇਸ਼ਰ ਨੇ ਕੀ ਕਿਹਾ ਭਲਾ? ਅੱਧੀ ਅਧੂਰੀ ਆਗਿਆ ਮੰਨਣਾ ਵੀ ਕੀ ਹੈਗਾ ਭਲਾ? ਆਗਿਆ ਦਾ ਉਲੰਘਣ। ਸ਼ਾਉਲ ਕੀ ਕਹਿੰਦਾ ਸੀਗਾ? ਮੈਂ ਸਾਰਾ ਕੁਝ ਕਰਤਾ ਪਰਮੇਸ਼ਰ ਦਾ, ਮੈਂ ਤੇ ਉਹ ਵੀ ਬਸ ਲੜ ਵੀ ਆਇਆ, ਮੈਂ ਸਭ ਕੁਝ ਕਰ ਆਇਆ ਹੈਗਾ, ਲੇਕਿਨ ਮੈਂ ਭੇਡ ਬੱਕਰੀਆਂ ਬਚਾ ਲੈਣਾ। ਪਰਮੇਸ਼ਰ ਕਹਿੰਦਾ ਮੈਨੂੰ ਤੇਰੀ ਭੇਡ ਬੱਕਰੀਆਂ ਜ਼ਿਆਦਾ ਪਸੰਦ ਹੈਗੀਆਂ, ਬਲੀ ਚੜਾਉਣ ਨਾਲੋਂ ਬੈਟਰ ਕੀ ਹੈਗਾ? ਤੂੰ ਮੇਰੀ ਕਹਿਣਾ ਮੰਨ। ਹਾਲੇਲੂਇਆ। ਇੱਕ ਬੱਚਾ ਜਿਹੜਾ ਉਹ ਆਪਣੇ ਪਾਪਾ ਦਾ ਕਹਿਣਾ ਨਹੀਂ ਮੰਨਦਾ ਪਿਆ ਹੈਗਾ, ਔਰ ਬੜੀ ਚੀਜ਼ਾਂ ਲੈ ਕੇ ਦੇਖਦਾ ਉਹਨਾਂ ਨੂੰ, ਔਰ ਪਿਤਾ ਨੂੰ ਕਹੇਗਾ ਬੱਚੇ ਆ ਕੰਮ ਨਹੀਂ ਕਰਨਾ ਹੈਗਾ ਤੂੰ, ਔਰ ਫਿਰ ਉਹ ਕਰਦਾ ਪਿਆ ਹੈਗਾ, ਤੇ ਉਹਦਾ ਪਿਤਾ ਖੁਸ਼ ਹੋਏਗਾ? ਉਹ ਪਰਮੇਸ਼ਰ ਜਿਹੜਾ ਸਾਡਾ ਪਿਤਾ ਹੈਗਾ, ਜੇ ਉਹ ਸਾਨੂੰ ਕੋਈ ਆਗਿਆ ਦੇਖਦਾ ਕਿ ਇਹ ਆਗਿਆ ਦਾ ਪਾਲਣ ਕਰਨਾ ਹੈ ਤੇ ਕਰਨਾ ਹੀ 100% ਕਰਨਾ ਹੈ, ਉਹ ਪਾਸਟਰ ਵਿੱਚੋਂ ਹੋ ਕੇ ਤੁਹਾਡੇ ਨਾਲ ਗੱਲ ਕਰ ਸਕਦਾ, ਕਿਸੇ ਵਿੱਚ ਵੀ ਹੋ ਕੇ ਤੁਹਾਡੇ ਨਾਲ ਗੱਲ ਕਰ ਸਕਦਾ ਹੈਗਾ, ਲੇਕਿਨ ਅਸੀਂ ਕੀ ਕਰਨਾ ਭਲਾ? ਉਸ ਆਗਿਆ ਦਾ ਪਾਲਣ ਕਰਨਾ ਹੈਗਾ, ਤਾਂ ਤੁਸੀਂ ਬਲੈਸ ਹੈਗੇ ਪਰਮੇਸ਼ਰ ਦੇ ਨਾਮ ਦੇ ਵਿੱਚ। ਅੱਧੀ ਅਧੂਰੀ ਆਗਿਆ ਮੰਨਣਾ ਵੀ ਉਲੰਘਣ ਹੈਗਾ। ਔਰ ਦੂਸਰਾ ਪੁਆਇੰਟ ਦੱਸਿਆ ਮੈਂ ਤੁਹਾਨੂੰ, ਦੇਰ ਨਾਲ ਆਗਿਆ ਮੰਨਣਾ ਵੀ ਕੀ ਹੈਗਾ ਭਲਾ? ਆਗਿਆ ਦਾ ਉਲੰਘਣ ਹੈਗਾ। ਹਾਲੇਲੂਇਆ। ਇਹ ਤੁਸੀਂ ਮੰਨ ਲਓ ਕਿ ਤੁਸੀਂ 6 ਪੈਗ ਲਾਉਂਦੇ ਹੋ ਤੇ ਪਾਸਟਰ ਕਿਹਾ ਛੱਡ ਦਿਓ ਜੀ, ਤੇ ਤੁਸੀਂ 2 ਲਾਣਾ ਸ਼ੁਰੂ ਕਰਤੇ, 2 ਹੀ ਲਾ ਲੈਣੇ ਆ, ਤੇ ਉਹ ਵੀ ਕੀ ਹੈਗਾ ਭਲਾ? ਆਗਿਆ ਦਾ ਉਲੰਘਣ ਹੈਗਾ। ਹਾਲੇਲੂਇਆ। ਜੇ ਤੁਸੀਂ ਕਹੋਗੇ ਕਿ ਮੈਂ 5-6 ਸਾਲ ਬਾਅਦ ਛੱਡ ਦੇਣਾ ਜਾਂ ਮੈਂ 5-6 ਸਾਲ ਬਾਅਦ ਚਰਚ 'ਚ ਆਉਣਾ ਸ਼ੁਰੂ ਹੋਵਾਂਗਾ, ਤਾਂ ਵੀ ਕੀ ਹੈਗਾ ਭਲਾ? ਆਗਿਆ ਦਾ ਉਲੰਘਣ ਹੈਗਾ। ਇਹਦਾ ਮਤਲਬ ਕੀ ਹੈਗਾ ਭਲਾ? ਕਿ ਨਾ ਹੀ ਆਗਿਆ ਅੱਧੀ ਅਧੂਰੀ ਮੰਨਣੀ ਹੈਗੀ ਹੈ, ਤੇ ਨਾ ਹੀ ਆਗਿਆ ਹੀ ਦੇਰ ਨਾਲ ਮੰਨਣੀ ਹੈਗੀ ਹੈ। ਹਾਲੇਲੂਇਆ। ਆइए एक वचन ही पढ़ने गया, 2 तीमुथियुस ਉਹਦਾ 4 ਅਧਿਆਏ ਉਹਦਾ 3 ਵਚਨ। ਦੂਜਾ ਤਿਮੋਥੀਅਸ ਉਹਦਾ 4 ਅਧਿਆਏ ਉਹਦਾ 3 ਵਚਨ।
क्योंकि ऐसा समय आएगा जब लोग खरा उपदेश ना सह सकेंगे और कानों की खुजली के कारण अपनी अभिलाषाओं के अनुसार अपने लिए बहुत से उपदेशक बटोर लेंगे। हालेलुया। देखो वचन की कहता पिया है दूजा तीमुथियुस ਉਹਦਾ ਚੌਥਾ ਅਧਿਆਇ ਉਹਦਾ ਤੀਜਾ ਵਚਨ ਕੀ ਕਹਿੰਦਾ ਪਿਆ, ਕਹਿੰਦੇ ਕਿ ਇੱਕ ਇਦਾਂ ਦਾ ਸਮੇਂ ਆਣਾ ਹੈਗਾ ਜਦੋਂ ਕੀ ਹੋਏਗਾ ਭਲਾ ਲੋਕੀ ਆਪਣੇ ਹਿਸਾਬ ਨਾਲ ਕੀ ਕਰ ਲੈਣਗੇ ਭਲਾ ਆਪਣੇ ਉਪਦੇਸ਼ਕ ਚੁਣ ਲੈਣਗੇ। हालेलुया। ਕੀ कहता क्योंकि ऐसा समय भी आएगा कि लोग अपने हिसाब से उपदेश सुनने के लिए अपने हिसाब नाल की कर लेना उन्होंने लोग चुन लेने है। हाँ जी पढ़ो की कहता क्योंकि ऐसा समय आएगा जब लोग खरा उपदेश ना सह सकेंगे पर कानों की खुजली के कारण अपनी अभिलाषाओं के अनुसार अपने लिए बहुत से उपदेशक बटोर लेंगे अगे और अपने कान सत्य से फेर कर कथा कहानियों पर लगाएंगे। हालेलुया। देखो की कहता है ਕਹਿੰਦੇ ਇਦਾਂ ਦਾ ਸਮੇਂ ਆਣਾ ਹੈਗਾ ਜਦੋਂ ਲੋਕੀ ਖਰਾ ਉਪਦੇਸ਼ ਸੁਣਨ ਤੋਂ ਪਿੱਛੇ ਹਟ ਜਾਣਗੇ ਔਰ ਕਥਾ ਕਹਾਣੀਆਂ ਦੇ ਵਿੱਚ ਆਪਣਾ ਧਿਆਨ ਲਗਾਉਣਗੇ। ਤੁਸੀਂ ਯਾਦ ਰੱਖਣਾ ਜਿਸ ਜਗ੍ਹਾ ਦੇ ਉੱਤੇ ਕਥਾ ਕਹਾਣੀ ਸੀ ਕਿ ਉਹ ਇਦਾਂ ਗਏ ਤੇ ਉੱਦਾਂ ਹੋ ਗਿਆ ਉਹ ਇਦਾਂ ਹੋ ਗਿਆ ਉੱਥੇ ਲੋਕੀ ਜ਼ਿਆਦਾ ਇਕੱਠੇ ਹੋ ਜਾਂਦੇ ਆ ਫਿਰ ਬੜੇ ਖੁਸ਼ ਹੁੰਦੇ ਆ। ਹਾਲੇਲੂਇਆ। ਕਥਾ ਕਹਾਣੀਆਂ ਵੱਲ ਧਿਆਨ ਨਹੀਂ ਲਗਾਉਣਾ, ਪਰਮੇਸ਼ਰ ਦੇ ਸਾਫ਼ ਬਚਨ ਜਿਹੜੇ ਸਾਨੂੰ ਦੱਸਦੇ ਪਏ ਹੈਗੇ ਜੋ ਸਾਨੂੰ ਸਿਖਾਉਂਦੇ ਆ ਉਹਨਾਂ ਵੱਲ ਧਿਆਨ ਲਗਾਉਣਾ ਹੈਗਾ। ਕਹਿੰਦੇ ਇਦਾਂ ਦਾ ਸਮੇਂ ਆਣਾ ਹੈਗਾ ਜਦੋਂ ਕੀ ਹੋਣਾ ਆਪਣਾ ਲੋਕਾਂ ਨੇ ਆਪਣੇ ਹਿਸਾਬ ਨਾਲ ਉਪਦੇਸ਼ਕ ਚੁਣ ਲੈਣੇ ਹੈਗੇ ਆ ਕਿ ਇਹ ਸਾਨੂੰ ਮਾੜੀ ਗੱਲਾਂ ਦੱਸਦਾ ਹੈਗਾ ਅਸੀਂ ਨਹੀਂ ਸੁਣਨੀਆਂ ਗੱਲਾਂ। ਹਾਲੇਲੂਇਆ। ਇਹਨੇ ਤਾਂ ਸਾਨੂੰ ਇਹ ਮਨਾ ਕਰ ਦਿੱਤਾ ਹੈਗਾ ਕਰਨ ਵਾਸਤੇ। ਹਾਂ ਇੱਦਾਂ ਦੇ ਹਾਲੇਲੂਇਆ। ਜੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਕੀ ਨਾਂ ਦਾ ਅਸ਼ਲੀਲ ਗਾਣੇ ਦੇ ਵਿੱਚ ਡਾਂਸ ਨਹੀਂ ਕਰਨਾ ਹੈਗਾ ਤੇ ਨਹੀਂ ਕਰਨਾ ਹੈਗਾ, ਸਤਸੰਗ ਦੇ ਵਿੱਚ ਜਾਣਾ, ਪਰਮੇਸ਼ਰ ਦੀ ਆਰਾਧਨਾ ਵਿੱਚ ਜਾਣਾ ਤੇ ਜਾਣਾ, ਅਸ਼ਲੀਲ ਗਾਣੇ ਨਹੀਂ ਸੁਣਨੇ ਤੇ ਨਹੀਂ ਸੁਣਨੇ ਹੈਗੇ। ਐ ਨਹੀਂ ਆਇਆ ਪਾਸਟਰ ਨੇ ਕਿਉਂ ਕਹਿਤਾ ਸਾਨੂੰ। ਹਾਲੇਲੂਇਆ। ਇਹ ਗੱਲਾਂ ਯਾਦ ਰੱਖਣੀਆਂ ਕਿ ਖਰਾ ਉਪਦੇਸ਼ ਸੁਣਨਾ ਹੈਗਾ ਹੀ ਕਿਉਂਕਿ ਖਰੇ ਉਪਦੇਸ਼ ਨਾਲ ਸਾਡੀ ਜ਼ਿੰਦਗੀ ਬਦਲਣੀ ਹੈਗੀ ਹੈ। ਕਈ ਲੋਕ ਇੱਦਾਂ ਕਹਿੰਦੇ ਹੈਗੇ ਕਿ ਅਸੀਂ ਤਾਂ ਪ੍ਰਭੂ ਨੂੰ ਕਬੂਲ ਕਰ ਲਿਆ ਹੈਗਾ। ਕਈ ਲੋਕ ਇੱਦਾਂ ਕਹਿੰਦੇ ਹੈਗੇ ਅਸੀਂ ਤਾਂ ਪ੍ਰਭੂ ਨੂੰ ਕਬੂਲ ਕਰ ਲਿਆ, ਪ੍ਰਭੂ ਨੂੰ ਐਕਸੈਪਟ ਕਰ ਲਿਆ, ਅਸੀਂ ਪ੍ਰਭੂ ਮੰਨਿਆ ਅਸੀਂ ਪ੍ਰਭੂ ਨੂੰ ਨਾ। ਅਤੇ ਕੀ ਕਰਦੇ ਆ ਭਲਾ ਉਹਨਾਂ ਦਾ ਚਾਲ ਚੱਲਣ, ਉਹਨਾਂ ਦਾ ਉੱਠਣਾ ਬੈਠਣਾ, ਉਹਨਾਂ ਦਾ ਦੇਖਣਾ ਬੋਲਣਾ ਪ੍ਰਭੂ ਵਾਂਗੂ ਹੈ ਹੀ ਨਹੀਂ ਹੈਗਾ। ਹਾਲੇਲੂਇਆ। ਇੱਕ ਜਗ੍ਹਾ 'ਤੇ ਮੈਂ ਪ੍ਰੇਅਰ ਕਰਨ ਗਿਆ। ਹਾਲੇਲੂਇਆ। ਉਹਨੂੰ ਕੋਈ ਪ੍ਰੋਬਲਮ ਸੀਗੀ, ਪ੍ਰੇਅਰ ਕਰਨ ਗਿਆ ਅਤੇ ਮੈਂ ਪ੍ਰੇਅਰ ਕਰਦਾ ਪਿਆ, ਉਹਨੇ ਟੈਲੀਵਿਜ਼ਨ ਲਾਇਆ ਦਾ ਸਾਹਮਣੇ ਨਾ। ਹਾਲੇਲੂਇਆ। ਅਤੇ ਮੈਂ ਪ੍ਰੇਅਰ ਕਰਦਾ ਪਿਆ ਤਾਂ ਉਹ ਇੱਦਾਂ ਹੋ ਕੇ ਨਾ ਟੈਲੀਵਿਜ਼ਨ ਦੇਖਦਾ ਇੱਦਾਂ ਇੱਕ ਦਾ ਸੀਨ, ਇੱਕ ਛੋਟਾ ਜਿਹਾ ਸੀਨ ਵੀ ਨਾ ਦੂਰ ਜਾਏ ਅਤੇ ਮੈਂ ਪ੍ਰਾਰਥਨਾ ਕਰਨ ਲੱਗਿਆ। ਹਾਲੇਲੂਇਆ। ਮੈਂ ਅੱਗੇ ਹੋ ਕੇ ਪ੍ਰਾਰਥਨਾ ਕੀਤੀ ਤਾਂ ਉਹਨੇ ਅੱਧਾ ਪਿੱਛੇ ਹੋ ਕੇ ਤਾਂ ਇੱਦਾਂ ਦੇਖਣ ਲੱਗਾ ਇੱਕ ਤਾਂ ਸੀਨ ਦੂਰ ਨਾ ਨਿਕਲਦੇ। ਹਾਲੇਲੂਇਆ। ਦੱਸੋ ਫਿਰ ਕੀ ਉਹ ਪ੍ਰੇਅਰ ਕਿੱਦਾਂ ਕੰਮ ਕਰਨੀ ਹੈਗੀ ਹੈ। ਪ੍ਰੇਅਰ ਸੁਣਨੀ ਹੈ ਅਤੇ ਕਿੱਦਾਂ ਸੁਣਨੀ ਹੈਗੀ ਹੈ। ਕੀ ਕਰਨਾ ਸੀ ਪਰਮੇਸ਼ਰ ਦੀ ਆਗਿਆਵਾਂ ਦਾ ਪਾਲਣ ਕਰਨਾ ਹੈਗਾ। ਦੇਖੋ ਤੁਸੀਂ ਆਪੋ ਸੋਚੋ ਕਿ ਇੱਦਾਂ ਹੋਏ ਤਾਂ ਫਿਰ ਉਹ 'ਚ ਕੀ ਵਰਕ ਹੋਏਗਾ ਦੱਸੋ ਮੈਨੂੰ। ਉਹਦੇ ਲੱਤ ਦੇ ਉੱਤੇ ਮਤਲਬ ਕੋਈ ਪ੍ਰੋਬਲਮ ਸੀ, ਲੱਤ ਦੇ ਮਤਲਬ ਸ਼ਾਇਦ ਐਕਸੀਡੈਂਟ ਹੋਇਆ ਸੀ ਕਿ ਕੀ ਹੋਇਆ ਸੀ, ਉਹਦੇ ਪ੍ਰੇਅਰ ਕਰਨ ਲੱਗੇ ਤੇ ਲੱਤ ਦੇ ਉੱਤੇ ਸਾਰੇ ਜਣੇ ਹੀ ਪ੍ਰਾਰਥਨਾ ਕਰਨ ਗਏ ਅਤੇ ਉਹ ਟੇਢਾ ਹੋ ਗਿਆ ਅਤੇ ਔਰ ਮਿੱਠਨ ਦੀ ਫਿਲਮ ਲਾਈ ਦੀ ਮਿੱਠਨ ਦੀ ਅਤੇ ਉਹ ਕਦਾ ਇੱਕ ਸੀਨ ਨਿਕਲ। ਹਾਲੇਲੂਇਆ। ਖੁਦ ਸੋਚੋ ਕਿ ਕੀ ਵਰਕ ਹੋਣਾ ਇੱਥੇ ਦੱਸੋ ਕਿ ਪਰਮੇਸ਼ਰ ਨੇ ਕੀ ਕਰਨਾ ਭਲਾ ਯਾਦ ਰੱਖਣਾ ਕਿ ਪਰਮੇਸ਼ਰ ਨੇ ਹਮੇਸ਼ਾ ਪਰਮੇਸ਼ਰ ਦੇ ਦਾਸ ਦੁਆਰਾ ਤੁਹਾਨੂੰ ਬਲੈਸਿੰਗ ਮਿਲਣੀ ਹੈਗੀ ਹੈ। ਕਈ ਲੋਕ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਸਿਖਾਇਆ ਜਾਂਦਾ ਹੈਗਾ ਕਿ ਤੁਸੀਂ ਨਾ ਪਾਪ ਕੀਤੇ ਦਾ, ਤੁਸੀਂ ਕੋਈ ਗਲਤੀ ਕੀਤੀ ਅਤੇ ਗਲਤੀ ਦਾ ਬਾਕੀ ਉਹ ਕਰੋ, ਤੋਬਾ ਕਰੋ। ਉਹ ਕਹਿੰਦਾ ਪਾਸਟਰ ਨੇ ਕਿੱਦਾਂ ਕਹਿ ਤਾ ਸਾਨੂੰ, ਸਾਡੇ ਨਾਲ ਤਾਂ ਸਿੱਧਾ ਡਾਇਰੈਕਟ ਪਰਮੇਸ਼ਰ ਗੱਲਾਂ ਕਰਦੇ ਹੈਗੇ ਆ। ਪਾਸਟਰ ਸਾਨੂੰ ਇੱਦਾਂ ਕਹਿ ਤਾ, ਕਿਉਂ ਕਹਿ ਤਾ ਪਾਸਟਰ ਨੇ? ਹਮੇਸ਼ਾ ਯਾਦ ਰੱਖਣਾ ਪਾਸਟਰ ਕਦੇ ਵੀ ਮੂੰਹ 'ਚੋਂ ਇੱਦਾਂ ਗੱਲ ਨਹੀਂ ਕੋਈ ਕਰਦਾ ਹੈਗਾ। ਉਹ ਕੀ ਕਰਦਾ ਪਰਮੇਸ਼ਰ ਅੱਗੇ ਪ੍ਰੇਅਰ ਕੀਤੀ ਅਤੇ ਪਰਮੇਸ਼ਰ ਨੇ ਪਾਸਟਰ ਨੂੰ ਦੱਸੀ ਨਹੀਂ ਗੱਲਾਂ। ਹਾਲੇਲੂਇਆ। ਉਹ ਕਹਿੰਦਾ ਅਸੀਂ ਪਾਸਟਰ ਨਾਲ ਹੀ ਨਹੀਂ ਮਿਲਣਾ ਹੁਣ, ਪਾਸਟਰ ਤੁਹਾਨੂੰ ਇਹ ਕਹਿੰਦਾ ਅਸੀਂ ਪਾਪ ਕੀਤਾ ਹੈਗਾ। ਅਸੀਂ ਤਾਂ ਕਦੀ ਪਾਪ ਹੀ ਨਹੀਂ ਕੀਤਾ ਹੈਗਾ, ਅਸੀਂ ਤਾਂ ਕਦੀ ਕਿਸੇ ਨਾਲ ਕੋਈ ਬੁਰਾ ਹੀ ਨਹੀਂ ਕੀਤਾ ਹੈਗਾ। ਹਾਲੇਲੂਇਆ। ਔਰ ਪਤਾ ਨਹੀਂ ਜਾਣੇ 'ਚ ਕਿਹਦੇ ਕੋਲ ਕਿੰਨੇ ਪਾਪ ਹੋ ਜਾਂਦੇ ਹੈਗੇ ਆ। ਪਰਮੇਸ਼ਰ ਨੇ ਕਿਹਾ ਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਬੰਦਾ ਇੱਦਾਂ ਦੇ ਨਹੀਂ ਹੈਗਾ ਜਿਹੜਾ ਧਰਮੀ ਹੈਗਾ, ਸਾਰਿਆਂ ਨੇ ਪਾਪ ਕੀਤਾ ਹੈਗਾ ਪਰਮੇਸ਼ਰ ਨੇ ਕਿਹਾ। ਹਾਲੇਲੂਇਆ। ਇਸ ਕਰਕੇ ਅਸੀਂ ਸਾਰੇ ਪਾਪੀ ਹੈਗੇ ਹਾਂ। ਕਈ ਲੋਕ ਇੱਦਾਂ ਕਹਿੰਦੇ ਕਿ ਪਾਸਟਰ ਨੇ ਸਾਨੂੰ ਕਹਿ ਦਿੱਤਾ ਕਿ ਅਸੀਂ ਪਾਪ ਕੀਤਾ ਹੈਗਾ, ਅਸੀਂ ਤਾਂ ਪਰਮੇਸ਼ਰ ਦੇ ਵਿੱਚ 40 ਫਾਸਟ ਰੱਖਣੇ ਹੈਗੇ ਹਾਂ, ਅਸੀਂ ਤਾਂ ਪਰਮੇਸ਼ਰ ਦੀ ਆਰਾਧਨਾ ਵੀ ਕਰਨੇ ਹੈਗੇ ਹਾਂ, ਸਵੇਰੇ ਸ਼ਾਮੀ ਆਰਾਧਨਾ ਕਰਨੇ ਹੈਗੇ ਹਾਂ। ਔਰ ਘਰ ਵਿੱਚ ਹੋ ਸਕਦਾ ਕਿ ਸੱਸ ਨੂੰ ਉਹਦੀ ਲੜਾਈ ਲੱਗੀ ਦੀ ਹੋਏ, ਉਹਦੇ 'ਚ ਕਿੱਥੇ ਆਰਾਧਨਾ ਹੋ ਗਈ ਦੱਸੋ ਮੈਨੂੰ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਾਡਾ ਲੈਵਲ ਫਸਟ ਲੈਵਲ ਕੀ ਹੈ ਪਹਿਲਾਂ ਸਾਡੇ ਮਾਤਾ ਪਿਤਾ, ਦੂਸਰਾ ਲੈਵਲ ਸਾਡੇ ਸੱਸ ਅਤੇ ਜਿਹੜੇ ਸਹੁਰਾ ਉਹ ਵੀ ਸਾਡੇ ਮਾਤਾ ਪਿਤਾ ਹੈਗੇ ਆ, ਉਹਨਾਂ ਦੀ ਵੀ ਪੂਰੀ ਰਿਸਪੈਕਟ ਕਰਨੀ ਹੈਗੀ ਹੈ। ਤੁਸੀਂ ਪਾਸਟਰ ਨੂੰ ਕਹੋ ਪਾਸਟਰ ਜੀ
जै मसीह दी पास्टर दे पैरी हत्थ लांदे हो तो सस ते सौहरे नूं कहो चल पिछे हट तू कौन नहीं आ जी पर सवेरे सवेरे मैनूं कहंदी कि परौंठे बना हालेलुया ते वो भी परमेश्वर की आराधना नहीं हैगी। परमेश्वर की आराधना कित्थों होंदी है घर तो शुरू होंदी है घर नाल तुहाडा प्यार मुहब्बत है क्या तुसीं अपने मतलब कि सस सौहरे नाल जां अपने हसबैंड नाल क्या तुसीं अपनी पत्नी नाल प्यार मुहब्बत नाल मतलब कि रहिंदे पे होगे तुसीं जां नहीं ये भी बड़ा मैटर करदा है हालेलुया। इस करके याद रखना है तुहानूं ब्लैसिंग जिहड़ी हैगी है तो डायरैक्ट परमेश्वर ने नहीं देनी तुहानूं ब्लैसिंग याद रखना है डायरैक्ट रब तुहानूं ब्लैसिंग नहीं देगा ब्लैसिंग परमेश्वर ने हमेशा परमेश्वर के संत द्वारा देनी हैगी है हालेलुया। किस तरह ब्लैसिंग मिलनी है ब्लैसिंग तुहानूं परमेश्वर के संत द्वारा मिलनी हैगी है। जिहड़ा खेत हुंदा खेत नूं डायरैक्ट पानी नहीं लगदा गा खेत नूं पानी किद्दां लगदा भला जिहड़ी कूल हुंदी हैगी है उत्थों दी पानी आंदा है हालेलुया उत्थों दी पानी मिलदा उहनूं खेत नूं ते फिर पूरी खेत नूं पानी मिलदा है कूल द्वारा वो सही तरह पानी मिलदा है। अगर सारे पासे तुसीं बन्ने खोल दो और पानी दो तुसीं उहनूं खेत नूं तो खेत की हुंदा भला रुड़ जांदा है हालेलुया। इस करके की हुंदा भला सारे खेत के चारों पासे बन्ने लगे होंदे और एक प्रॉपर एक टाइम एक कूल बनी हुंदी है उस कूल दे विच की हुंदा भला प्रॉपर तरीके नाल खेत नूं पानी मिलदा है। खेत की हुंदी है भला पूरी कलीसिया और कूल जिहड़ी है पास्टर हुंदा है हालेलुया। परमेश्वर ने उस कूल द्वारा उस पानी दे जिहड़ा छोटा जिहा बन्ना जिहड़ा उहदे द्वारा की देना भला तुहानूं ब्लैसिंग देनी हैगी है। इस करके पास्टर दी गल्लां नूं सुनना बहुत ही ज़्यादा जरूरी है हालेलुया। हुण असीं सिੱਖਣੀਆਂ गल्लां किहड़ी गल्लां हैगियां हुण पहले तो मैं तुहानूं दसदा कि आग्यावां दा पालन किद्दां करना है। मैं तुहानूं पहला पॉइंट दस्सिया कि अद्धी अधूरी आग्या मनना भी की है आग्या का उल्लंघन है और दूसरा मैं दस्सिया कि आग्या देर नाल मनना भी की है भला उल्लंघन है और तीसरा मैं पॉइंट दस्सिया कि भला पास्टर तुहानूं कित्थों कि ब्लैसिंग तुहानूं कित्थों मिलनी हैगी है पास्टर द्वारा मिलनी हैगी है हालेलुया। ब्लैसिंग कित्थों मिलनी है पास्टर द्वारा परमेश्वर के संत द्वारा तुहानूं ब्लैसिंग मिलनी हैगी है। आग्यावां दा पालन करोगे तो तुहानूं ब्लैसिंग मिलेगी हालेलुया। आगे का पालन का मतलब पालन जिहड़ा वो खेत दे बन्ने हैगे आ उन्होंने की करना भला तुहाडी ब्लैसिंग नूं रोक के रखना है तुहाडी ब्लैसिंग नूं साडे जीवन च धारण करने वास्ते की करना उस ब्लैसिंग नूं रोक के रखना वो आग्यां दा पालन वास्ते हालेलुया। पहली पॉइंट की है देखो पहला पॉइंट है उहदे वास्ते मत्ती दी इंजील उहदा 19वां अध्याय उहदा 14वां वचन पढ़ना है। मत्ती दी इंजील उहदा 19वां अध्याय उहदा 14वां वचन। यीशु ने कहा बालकों को मेरे पास आने दो और उन्हें मना ना करो। हालेलुया। देखो पहला पॉइंट की है कि आग्यावां दा पालन पहली आग्या की दा पालन की है देखो पहली आग्या दा पालन सारे लिखो मत्ती दी इंजील उहदा 19वां अध्याय उहदा 14वां वचन इच लिखे है बच्चों को मेरे पास आने दो की लिखे भला बच्चों को मेरे पास आने दो। मैं तुहानूं कहा कि परमेश्वर ने ब्लैसिंग किहदे द्वारा देनी है भला परमेश्वर ने ब्लैसिंग पास्टर द्वारा देनी हैगी है। इस करके बच्चों को मेरे पास आने दो बच्चों का मतलब की होंदा बच्चों का मतलब है कि परमेश्वर नाल जुड़ने वाले नए लोग हालेलुया। परमेश्वर द्वारा परमेश्वर दे नाल जुड़ने वाले नवे लोग। पहला पॉइंट की क्या भला बच्चों को मेरे पास आने दो ਇਹਦਾ मतलब ਜਿਹੜੇ भी लोग परमेश्वर दे नाल पहले जुड़ते हैं उन्होंने पास्टर दे कोल आन दो हालेलुया। उन्होंने अपू नहीं आग्या दसना शुरू कर देनी है कि भैन तू ऐ नहीं करना है। हो सकता कि जिदा मान लो कि जोड़ा रोगी शुगर का उन्होंने तुम हाई ब्लड प्रैशर की दवाई नहीं दे सकते है वो डॉक्टर नूं ही पता होंदा है। इस करके जो भी कोई नया मसीह विच जुड़दा पिया उन्होंने डायरैक्ट पास्टर को लैके आओ कहना वो तुहानूं सारी गल्लां समझाएगा हालेलुया। मैं कुछ नहीं दस सकती तुहानूं सारियां आग्यावां जिहड़ियां वो कौन देगा पास्टर देगा। इस करके बच्चों को मेरे पास आने दो हालेलुया। की करना भला जो भी कोई नया मसीह विच जुड़दा पिया उन्होंने आग्यावां नहीं देनियां हैगियां तुसीं ऐ नहीं करना जी तू ऐ नहीं करना वो डायरैक्ट कित्थे लैके आना भला परमेश्वर दे कोल लैके आना परमेश्वर दे संत को लैके आना हालेलुया। दूसरा पॉइंट याद रखना क्योंकि मैं तुहानूं अज सारा कुछ समझाया ना आम तौर पर पता की होंदा आम तौर पर पता की होंदा है कि आने वाले टाइम दे विच की होना लोग पता की कहना शुरू हो जांदे आम हालेलुया। क्या पर टेंशन ना लो फिर तुम ठीक होना टेंशन ना लो ठीक है हालेलुया।
जिस तरह धन्यवाद। देखो ਹੁਣ ਕੀ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ, ਮੈਂ ਤੁਹਾਨੂੰ ਪਹਿਲੇ ਦੱਸ ਦੇਣਾ ਕਿ ਕੀ ਹੋਣਾ ਹੈਗਾ। ਆਉਣ ਵਾਲੇ ਟਾਈਮ ਦੇ ਵਿੱਚ ਕਈ ਲੋਕਾਂ ਨੇ ਪਤਾ ਕੀ ਕਹਿਣਾ ਸ਼ੁਰੂ ਹੋਣਾ ਕਿ ਪਾਸਟਰ 'ਚ ਆਕੜ ਹੀ ਬੜੀ ਹੋ ਗਈ ਹੈ। ਹਾਲੇਲੂਇਆ। ਇਸ ਕਰਕੇ ਤੁਹਾਨੂੰ ਮੈਂ ਪਹਿਲੇ ਸਮਝਾ ਦੇਣਾ, परमेश्वर ने वचन च की कहता भला, बच्चों को मेरे पास आने दो। ਜਿਹੜੇ ਲੋਕੀ ਪਰਮੇਸ਼ਰ ਦੇ ਨਾਲ ਨਵਾਂ ਜੁੜਦਿਆ ਗਿਆ ਉਹ ਬੱਚੇ ਆ ਪਰਮੇਸ਼ਰ ਦੇ ਨਾ। ਹਾਲੇਲੂਇਆ। ਜਦੋਂ ਘਰ ਦੇ ਵਿੱਚ ਕੋਈ ਬੱਚਾ ਆਉਂਦਾ ਹੈਗਾ, ਹਾਲੇਲੂਇਆ, ਕੋਈ ਨਵਾਂ ਜਿਹੜਾ ਬੱਚਾ ਆਉਂਦਾ ਹੈ ਘਰ ਦੇ ਵਿੱਚ, ਤੇ ਕੀ ਹੁੰਦਾ ਭਲਾ, ਉਸ ਬੱਚੇ ਦੇ ਨਾਲ ਸਾਰੇ ਪਿਆਰ ਕਰਦੇ ਹੈਗੇ ਆ, ਕਰਦੇ ਨਾ ਪਿਆਰ, ਉਸ ਬੱਚੇ ਨਾਲ ਸਾਰੇ ਪਿਆਰ ਕਰਦੇ ਹੈਗੇ ਆ। ਔਰ ਉਸ ਘਰ ਦੇ ਵਿੱਚ ਜੋ ਬੱਚਾ ਜਿਹੜਾ ਛੋਟਾ ਵੱਡਾ ਹੋਵੇ ਉਹ ਕੀ ਹੁੰਦਾ ਭਲਾ, ਉਹ ਕਹਿੰਦਾ ਸਾਰੇ ਇਹਨੂੰ ਪਿਆਰ ਕਰੀ ਜਾਂਦੇ ਵੀ ਮੈਨੂੰ ਤਾਂ ਕੋਈ ਕਰਦਾ ਹੀ ਨਹੀਂ ਹੈਗਾ। ਕਹਿੰਦੇ ਨਾ ਇੱਦਾਂ ਕਿ ਸਾਰੇ ਇਹਦੇ ਨਾਲ ਪਿਆਰ ਕਰਨਾ ਸ਼ੁਰੂ ਹੋ ਗਏ, ਮੈਨੂੰ ਤਾਂ ਕੋਈ ਬੁਲਾਉਂਦਾ ਹੀ ਨਹੀਂ ਹੈਗਾ। ਲੇਕਿਨ ਕਿਆ ਇਸ ਤਰ੍ਹਾਂ ਹੁੰਦਾ ਹੈਗਾ? ਇਸ ਤਰ੍ਹਾਂ ਹੁੰਦਾ ਕਦੀ ਕਿ ਜਦੋਂ ਬੱਚੇ ਆਉਂਦੇ ਹੈਗੇ ਆ ਅਤੇ ਜਿਹੜਾ ਨਵਾਂ ਬੱਚਾ ਉਹਦੇ ਨਾਲ ਸਾਰੇ ਪਿਆਰ ਕਰਦੇ ਹੈਗੇ, ਅਤੇ ਛੋਟੇ ਬੱਚੇ ਨੂੰ ਪਿਆਰ ਕਰਨਾ ਬੰਦ ਕਰ ਦਿੰਦੇ ਉਹਨੂੰ, ਦੂਸਰੇ ਬੱਚੇ ਨੂੰ ਪਿਆਰ ਉਹਦੇ ਨਾਲ ਵੀ ਉਨਾ ਹੀ ਹੁੰਦਾ ਹੈਗਾ। ਹਾਲੇਲੂਇਆ। ਇਸ ਕਰਕੇ ਕੀ ਹੁੰਦਾ ਹੈਗਾ, ਜਿਹੜੇ ਪਰਮੇਸ਼ਰ ਦੇ ਨਾਲ ਨਵੇਂ ਜੁੜਦੇ ਹੈਗੇ ਆ ਉਹਦੇ ਵਾਸਤੇ ਪ੍ਰੇਅਰ ਹੁੰਦੀ ਹੈਗੀ ਆ, ਰੈਗੂਲਰ ਪ੍ਰੇਅਰ ਹੁੰਦੀ ਹੈਗੀ ਆ। ਹਾਲੇਲੂਇਆ। ਜਿੱਦਾਂ ਮੰਨ ਲਓ ਕਿ ਹੁਣ ਅਸੀਂ ਕੀ ਕਰਨੇ ਆ ਕਿ ਜਿਹੜੇ ਨਵੇਂ ਜੁੜਦੇ ਆ ਉਹਨਾਂ ਨਾਲ ਫੋਨ 'ਤੇ ਪ੍ਰੇਅਰ ਕਰਨੇ ਹੈਗੇ ਅਸੀਂ। ਹਾਲੇਲੂਇਆ। ਔਰ ਜਿਹੜੇ ਪੁਰਾਣੇ ਹੁੰਦੇ ਜਾਂਦੇ ਹੈਗੇ ਨਾ, ਫਿਰ ਅਸੀਂ ਉਹਨਾਂ ਵਾਸਤੇ ਪ੍ਰੇਅਰ ਜਿਹੜੀ ਆ ਉਹ ਨਹੀਂ ਕਰਦੇ ਹੈਗੇ। ਫਿਰ ਅਸੀਂ ਕੀ ਕਰਨਾ, ਉਹਨਾਂ ਨੂੰ ਸੰਡੇ ਬੰਦਗੀ ਦੇ ਵਾਸਤੇ ਪੂਰਾ ਡਿਪੈਂਡ ਕਰਨੇ ਆ ਕਿ ਤੁਸੀਂ ਸੰਡੇ ਬੰਦਗੀ 'ਚ ਆਉਣਾ ਹੈ। ਤੁਸੀਂ ਆਪਣੇ ਆਪ ਨੂੰ ਕੀ ਕਰਨਾ, ਹੁਣ ਪਹਿਲਾਂ ਸਟਰੋਂਗ ਕਰਨਾ ਹੈਗਾ। ਫਿਰ ਪਤਾ ਕੀ ਕਰਨਾ, ਲੋਕਾਂ ਨੇ ਕੀ ਕਹਿਣਾ, ਉਹਨਾਂ ਨੇ ਕਹਿਣਾ ਕਿ ਹੁਣ ਕੀ ਕਰਨਾ, ਪਾਸਟਰ ਜੀ ਹੁਣ ਸਾਨੂੰ ਫੋਨ ਹੀ ਨਹੀਂ ਕਰਦੇ ਹੈਗੇ। ਇੱਦਾਂ ਨਹੀਂ ਹੈਗਾ, ਕਿਉਂਕਿ ਆਉਣ ਵਾਲੇ ਟਾਈਮ ਵਿੱਚ ਹੋਣਾ ਪਹਿਲਾਂ ਲੱਖਾਂ ਕਲੀਸੀਆਂ ਆਉਣੀਆਂ ਹੈਗੀਆਂ। ਜੇ ਤੁਸੀਂ ਲੱਖਾਂ ਕਲੀਸੀਆਂ ਨੂੰ ਫੋਨ ਕਰਦੇ ਰਹੀਏ ਤਾਂ ਪੂਰੇ 1 ਲੱਖ ਬੰਦੇ ਨੂੰ ਫੋਨ ਕਰਨਾ, ਅਤੇ ਕਿੰਨਾ ਟਾਈਮ ਲੱਗੇਗਾ। ਹਾਲੇਲੂਇਆ। ਕੀ ਕਰਨਾ ਹੁੰਦਾ, ਪਹਿਲਾਂ ਅਸੀਂ ਨਵੇਂ ਜਿਹੜੇ ਆਉਂਦੇ ਹੈਗੇ ਆ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਕੀ ਕਰਨਾ, ਪ੍ਰੇਅਰ ਕਰਨੀ ਹੈ, ਉਹਨਾਂ ਨੂੰ ਕੀ ਕਰਨਾ, ਪਰਮੇਸ਼ਰ ਦੇ ਵਿੱਚ ਤੋਰਨਾ ਹੈਗਾ। ਜਿਹੜੇ ਉਹਨਾਂ ਨੇ ਚੱਲ ਪੈਣਾ, ਉਹਨਾਂ ਨੂੰ ਖੁਦ ਪ੍ਰਾਰਥਨਾ ਕਰਨਾ ਆ ਜਾਣੀ ਹੈਗੀ ਹੈ, ਅਤੇ ਉਹਨਾਂ ਨੇ ਘਰ ਬੈਠ ਕੇ ਆਪੂ ਪ੍ਰਾਰਥਨਾ ਕਰਨੀ ਹੈਗੀ ਹੈ। ਔਰ ਉਲਟਾ ਹੋਰ ਕੀ ਕਰਨਾ, ਉਹਨਾਂ ਨੇ ਹੋਰ ਜਿਹੜੇ ਨਵੇਂ ਲੋਕਾਂ ਨੂੰ ਪ੍ਰਾਰਥਨਾ ਕਰਨਾ ਉਹਨਾਂ ਨੇ ਸਿਖਾਉਣੀ ਹੈਗੀ, ਭੈਣ ਇਹ ਕਰੋ। ਹਾਲੇਲੂਇਆ। ਇਸ ਕਰਕੇ ਤੁਸੀਂ ਪਹਿਲੇ ਹੀ ਇਹ ਤਿਆਰ ਰਹੋ, ਇਹ ਚੀਜ਼ਾਂ ਦਾ ਤੁਸੀਂ ਪਹਿਲੇ ਆਪਣੇ ਆਪ ਨੂੰ ਤਿਆਰ ਕਰਨਾ ਕਿ ਹੁਣ ਆਉਣ ਵਾਲੇ ਟਾਈਮ ਵਿੱਚ ਕੀ ਹੋਣਾ, ਭਲਾ ਆਉਣ ਵਾਲੇ ਟਾਈਮ ਵਿੱਚ ਜਿਹੜੇ ਨਵੇਂ ਜੁੜਨੇ ਹੈਗੇ ਆ, ਪਾਸਟਰ ਨੇ ਉਹਦੇ ਵਾਸਤੇ ਪ੍ਰੇਅਰ ਕਰਨਾ ਸ਼ੁਰੂ ਕਰ ਦੇਣੀ ਹੈਗੀ ਆ, ਅਤੇ ਜਿਹੜੇ ਪੁਰਾਣੇ ਹੈਗੇ ਆ ਉਹਨਾਂ ਨੇ ਖੁਦ ਪ੍ਰਾਰਥਨਾ ਕਰਨਾ ਸ਼ੁਰੂ ਕਰਨੀ ਹੈਗੀ ਆ। ਇਸ ਕਰਕੇ ਇਹ ਬਿਲਕੁਲ ਨਹੀਂ ਸੋਚਣਾ ਹੈਗਾ ਕਿ ਹੁਣ ਪਾਸਟਰ 'ਚ ਆਕੜ ਆ ਗਈ ਹੈ, ਕਿ ਇੱਦਾਂ ਕੁਛ ਨਹੀਂ ਹੈਗਾ। ਪਾਸਟਰ ਅੱਜ ਵੀ ਤੁਹਾਡੇ ਨਾਲ ਉਹਨਾਂ ਪਿਆਰ ਕਰਦਾ ਹੈਗਾ, ਆਉਣ ਵਾਲੇ ਟਾਈਮ ਵਿੱਚ ਵੀ ਉਹਨਾਂ ਹੀ ਪਿਆਰ ਕਰੇਗਾ, ਔਰ ਹਮੇਸ਼ਾ ਤੁਹਾਡੇ ਨਾਲ ਕੀ ਆ, ਆਪਣੇ ਬੱਚਿਆਂ ਵਾਂਗੂ ਪਿਆਰ ਕਰੇਗਾ। ਹਾਲੇਲੂਇਆ। ਇਸ ਕਰਕੇ ਬਚਨ ਵਿੱਚ ਕੀ ਕਹਿੰਦਾ ਭਲਾ, ਬੱਚੋਂ ਕੋ ਮੇਰੇ ਪਾਸ ਆਣੇ ਦਿਓ। ਬੱਚੇ ਜਿਹੜੇ ਆ ਉਹ ਪਰਮੇਸ਼ਰ ਦੇ ਸੰਤ ਦੇ ਨਾਲ ਜੁੜਨਗੇ। ਬੱਚਿਆਂ ਵਾਸਤੇ ਕੀ ਕਰਨਾ, ਅਸੀਂ ਪ੍ਰੇਅਰ ਕਰਨੀ ਹੈਗੀ। ਜਿਸ ਤਰ੍ਹਾਂ ਤੁਸੀਂ ਵੱਡੇ ਹੋ ਜਾਣਾ ਹੈਗਾ, ਅਧਿਕਾਰ ਤੁਹਾਡੇ ਕੋਲ ਫਿਰ ਪਰਮੇਸ਼ਰ ਦਾ ਉਸੇ ਤਰ੍ਹਾਂ ਹੀ ਹੈਗਾ। ਲੇਕਿਨ ਆਪਣੇ ਮਨ 'ਚ ਇਹ ਨਹੀਂ ਸੋਚਣਾ ਹੈਗਾ ਕਿ ਹੁਣ ਪਾਸਟਰ ਸਾਨੂੰ ਬੁਲਾਉਂਦਾ ਹੀ ਨਹੀਂ ਹੈਗਾ। ਇੱਦਾਂ ਨਹੀਂ ਹੈਗਾ। ਸਾਡੀ ਤੁਹਾਡੇ ਨਾਲ ਜਿੱਦਾਂ ਹੋਣ ਹੈਗਾ ਉਸੇ ਤਰ੍ਹਾਂ ਹੀ ਹਮੇਸ਼ਾ ਲਗਾਵ ਰਹੇਗਾ, ਕਿਉਂਕਿ ਤੁਸੀਂ ਸਾਡੇ ਬੱਚਿਆਂ ਵਾਂਗੂਗੇ। ਹਾਲੇਲੂਇਆ। ਇਸ ਕਰਕੇ ਪਹਿਲੀ ਆਗਿਆ ਕੀ ਹੈਗੀ ਹੈ ਕਿ ਬਾਲकों को परमेश्वर के दास के पास। ਹਾਲੇਲੂਇਆ। ਜਿਹੜੇ ਬੱਚੇ ਹੈਗੇ ਆ ਉਹ ਹਮੇਸ਼ਾ ਕੀ ਹੋਣਗੇ ਭਲਾ, ਡਾਇਰੈਕਟ ਪਰਮੇਸ਼ਰ ਦੇ ਦਾਸ ਕੋਲ ਲੈ ਕੇ ਆਉਣੇ ਹੈਗੇ ਆ। ਔਰ ਬੱਚਿਆਂ ਵਾਸਤੇ ਕੀ ਕਰਨਾ ਭਲਾ, ਪ੍ਰੇਅਰ ਕਰਨੀ ਹੈ। ਜਦੋਂ ਘਰ ਵਿੱਚ ਬੱਚਾ ਆਉਂਦਾ ਹੈ, ਜਿਹੜੇ ਨਵਾਂ ਬੱਚਾ ਆਉਂਦਾ ਤਾਂ ਸਾਰੇ ਕੀ ਕਰਦੇ ਭਲਾ, ਬੜੇ ਖੁਸ਼ ਹੁੰਦੇ ਹੈਗੇ ਆ। ਖੁਸ਼ ਹੁੰਦੇ ਨਾ ਕਿ ਹਾਏ ਸਾਡੇ ਘਰ ਇੱਕ ਬੱਚਾ ਨਵਾਂ ਆ ਗਿਆ, ਹੈ ਨਾ। ਉਹ ਉਲਟਾ ਸਿਰ ਲਾਗੇ ਵੀ ਹੁੰਦੇ, ਉਹ ਵੀ ਲਾਗੇ ਆ ਕੇ ਕੀ ਕਰਦੇ ਆ, ਉਹਨੂੰ ਲਾਲ ਲਗਾਉਂਦੇ ਹੈਗੇ। ਸੇਮ ਇਸੇ ਤਰ੍ਹਾਂ ਹੀ ਤੁਸੀਂ ਵੀ ਇੱਦਾਂ ਕਰਨਾ ਹੈਗਾ। ਕੋਈ ਨਵਾਂ ਬੱਚਾ ਪਰਮੇਸ਼ਰ ਦਾ ਆਉਂਦਾ ਪਿਆ ਹੈਗਾ, ਤੁਸੀਂ ਸਾਰਿਆਂ ਨੇ ਕੀ ਕਰਨਾ, ਉਹਨੂੰ ਹੌਸਲਾ ਦੇਣਾ ਹੈਗਾ, ਡੀਮੋਰਲਾਈਜ਼ ਨਹੀਂ ਕਰਨਾ। ਕਈ ਪਤਾ ਕੀ ਕਰਦੇ ਹੈਗੇ, ਕੋਈ ਵਿਚਾਰਾ ਘਰੋਂ ਆਏਗਾ ਇੰਨਾ ਵਿਸ਼ਵਾਸ ਲੈ ਕੇ ਉਹ ਪਰਮੇਸ਼ਰ ਦੇ ਭਵਨ 'ਚ ਆਏਗਾ, ਦੂਸਰੇ ਕਹਿੰਦੇ ਹਾਂ ਭੈਣ ਤੇਰਾ ਤਾਂ ਰੰਗ ਹੀ ਬੜਾ ਲਾਲ ਹੋ ਗਿਆ, ਆਹ ਤੈਨੂੰ ਤਾਂ ਕਿਤੇ ਪਤਾ ਨਹੀਂ ਕੀ ਹੋਏਗਾ। ਉਹਨੂੰ ਹੌਸਲਾ ਦੇਣਾ ਹਮੇਸ਼ਾ। ਤੁਹਾਡੇ ਨਾਲ ਪਰਮੇਸ਼ਰ ਨੇ ਕੰਮ ਕੀਤਾ, ਤੁਸੀਂ ਕਹਿਣਾ ਪਰਮੇਸ਼ਰ ਨੇ ਸਾਡੇ ਨਾਲ ਕੰਮ ਕੀਤਾ ਸੀਗਾ। ਆਪਣੀ ਟੈਸਟੀਮਨੀ ਦੇਣੀ ਹੈ ਕਿ ਦੇਖੋ ਜੇ ਪਰਮੇਸ਼ਰ ਮੇਰੇ ਨਾਲ ਕੰਮ ਕਰ ਸਕਦਾ ਤਾਂ ਪਰਮੇਸ਼ਰ ਤੇਰੇ ਨਾਲ ਵੀ ਕੰਮ ਕਰ ਸਕਦਾ ਹੈਗਾ। ਪਰਮੇਸ਼ਰ ਪਹਿਲਾਂ ਵੀ ਉੱਦਾਂ ਦਾ ਸੀ, ਪਰਮੇਸ਼ਰ ਹੁਣ ਵੀ ਉੱਦਾਂ ਦਾ, ਪਰਮੇਸ਼ਰ ਆਉਣ ਵਾਲੇ ਟਾਈਮ ਵਿੱਚ ਵੀ ਸੇਮ ਉੱਦਾਂ ਦਾ ਹੈਗਾ। ਇਸ ਕਰਕੇ ਘਬਰਾਉਣਾ ਨਹੀਂ ਹੈਗਾ। 100% ਤੁਹਾਡੇ ਨਾਲ ਪਰਮੇਸ਼ਰ ਨੇ ਕੰਮ ਕੀਤਾ, ਪਰਮੇਸ਼ਰ ਨੇ ਨਵੇਂ ਲੋਕਾਂ ਜਿਹੜੇ ਆਉਣਾ ਹੈਗਾ ਉਹਨਾਂ ਨਾਲ ਵੀ ਕੰਮ ਕਰਨਾ ਹੈਗਾ, 100% ਸ਼ੋਰ ਹੈਗਾ। ਲੇਕਿਨ ਤੁਸੀਂ ਕੀ ਕਰਨਾ, ਜਿਹੜੇ ਵੀ ਲੋਕੀ ਪਰਮੇਸ਼ਰ ਵਿੱਚ ਲੈ ਕੇ ਆਉਣੇ ਉਹਨਾਂ ਨਾਲ ਉਹਦੇ ਵਿੱਚ ਕੀ ਕਰਨਾ, 100% ਵਿਸ਼ਵਾਸ ਲੈ ਕੇ ਆਉਣਾ ਹੈਗਾ ਕਿ ਤੁਸੀਂ ਚਰਚ 'ਚ ਜਾਣਾ ਔਰ 100% ਤੁਸੀਂ ਬਲੈਸ ਹੋਣਾ ਔਰ ਸੱਚੀ ਇੱਦਾਂ ਹੋਣਾ, ਕਿਉਂਕਿ ਤੁਹਾਨੂੰ ਪਰਮੇਸ਼ਰ ਨੇ ਬਲੈਸ ਕਰਨਾ ਹੈ ਔਰ ਆਉਣ ਵਾਲੇ ਟਾਈਮ ਵਿੱਚ ਉਹਨਾਂ ਬੱਚਿਆਂ ਨੂੰ ਵੀ ਬਲੈਸ ਕਰਨਾ ਹੈਗਾ। ਇਸ ਕਰਕੇ ਕੀ ਕਰਨਾ, ਸਭ ਤੋਂ ਪਹਿਲਾ ਪੁਆਇੰਟ ਕੀ ਦੱਸਿਆ ਭਲਾ, ਕਿ ਬੱਚਿਆਂ ਨੂੰ ਪਰਮੇਸ਼ਰ ਦੇ ਕੋਲ ਆਉਣ ਦੇਣਾ। ਹਾਲੇਲੂਇਆ। ਆਈ ਅਗਲਾ ਪੁਆਇੰਟ ਪੜ੍ਹੀਏ ਅਸੀਂ। ਦੂਸਰਾ ਪੁਆਇੰਟ ਹੈਗਾ ਮੱਤੀ ਦੀ ਇੰਜੀਲ ਉਹਦਾ 22ਵਾਂ ਅਧਿਆਇ ਉਹਦਾ 18ਵਾਂ ਵਚਨ। यीशु ने उनकी दुष्टता जानकर कहा, हे कपटियों, मुझे क्यों परखते हो? कर का सिक्का मुझे दिखाओ। तब वे ਬਸ ਹਾਲੇਲੂਇਆ। ਮੱਤੀ ਦੀ ਇੰਜੀਲ ਉਹਦਾ 28ਵਾਂ ਅਧਿਆਇ ਉਹਦਾ 18ਵਾਂ ਵਚਨ ਕੀ ਕਹਿੰਦਾ ਹੈ
यीशु ने उनकी दुष्टता जानकर कहा, हे कपटियो मुझे क्यों परखते हो। अगला पॉइंट की याद रखना, तुम कभी भी परमेश्वर नू परखना नहीं है। हालेलुया। परमेश्वर नू परख के नहीं देखना है। कहीं परख लेने परमेश्वर नू, कोई टेस्ट ले लेने, कभी भी परमेश्वर का टेस्ट नहीं लेना है, क्योंकि कहते कि तुम ये हक नहीं रखते है कि तुम परमेश्वर नू परखो। तुम परखो ना किदा, देखो तुम कहो कि वचन तुम पढ़ लिया कि तुम की करो, भला उपरों पहाड़ तो छलांग लगा तो परमेश्वर तुहानू की करेगा, भला बचाएगा। इदा नहीं है, इदा बिल्कुल नहीं परखना कि मैं छलांग लगा देना तो मैनू परमेश्वर के दूतां ने बचा लेना है जी। इदा नहीं कभी भी परखना। तुम कभी भी परमेश्वर नू नहीं परखना तो परमेश्वर के दास नू भी नहीं परखना है। की कहता भला आखो, यीशु ने उनकी दुष्टता जानकर कहा, हे कपटियो मुझे क्यों परखते हो। कभी भी परमेश्वर के दास या परमेश्वर नू कभी परखना नहीं है। की करना भला 100% विश्वास करना परमेश्वर के विच। वचन च लिखा है कि धन वो इंसान जिहड़ा बिना देखे मैनू मेरे ते विश्वास करता है। हालेलुया। की कहता परमेश्वर ने, धन वो इंसान जिहड़ा बिना देखे मेरे ते विश्वास करता है। हालेलुया। इस करके 100% विश्वास करके परमेश्वर की चर्च जाना है। जो परमेश्वर के भवन च बैठना है 100% विश्वास करना है और कभी परखना नहीं है। की करना 100% विश्वास करके परमेश्वर की आराधना च बैठो। 100% विश्वास करके परमेश्वर के 100% विश्वास हो कि परमेश्वर अज मैं चंगा हो चुके हैं। हालेलुया। और परमेश्वर की करेगा भला हमेशा तुहानू ब्लैस करेगा। हालेलुया। एक तो मैं सवाल पूछना चाहना है कि अगर तुहानू सारिਆਂ ਨੂੰ प्रभु यीशु मसीह के दर्शन होंगे तो तुसीं की करोगे। अज असीं प्रभु यीशु मसीह के दर्शनों वास्ते तरसने है है ना। अगर तुहानू मान लो कि प्रभु यीशु मसीह के दर्शन होंगे तो तुसीं की करोगे। हालेलुया। की करोगे तुसीं, मैनू यीशु के दर्शन हो गया, की करोगे तुसीं, खुश होगे है ना, नचोगे भंगड़ा पाओगे कि अज प्रभु यीशु मसीह के दर्शन हो गया। हालेलुया। अज एक वचन पढ़ने गया यूहन्ना 14वां अध्याय ਉਹਦਾ 8वां वचन। असीं प्रभु यीशु मसीह के दर्शन करन नूं तरसने कि हे प्रभु यीशु मसीह तेरे दर्शन हो जाए। और कई बार प्रभु यीशु मसीह साडे नाल गल्लां भी करदे आके गल्लां सपने में आके गल्लां करदे है। हालेलुया। देखो हुण प्रभु यूहन्ना दी इंजील ਉਹਦਾ 14वां अध्याय ਉਹਦਾ 8वां वचन देखो की है। फिलिप्पुस ने उससे कहा, हे प्रभु पिता को हमें दिखा दे, यही हमारे लिए बहुत है। हालेलुया। देखो यूहन्ना दी इंजील ਉਹਦਾ 14वां अध्याय ਉਹਦਾ 8वां वचन की कहंदा, फिलिप्पुस ने उससे कहा, किनू क्या भला, यीशु ने क्या। फिलिप्पुस ने यीशु से कहा, हे प्रभु पिता को हमें दिखा दे, यही हमारे लिए बहुत है। कि क्या फिलिप्पुस ने प्रभु यीशु ने कहा कि हे प्रभु सानू की कर भला, सानू परमेश्वर दिखा दे, यही साडे वास्ते बड़ा है। किनू कह दिया, फिलिप्पुस किनू कहदा, प्रभु यीशु ने कहदा। फिलिप्पुस प्रभु यीशु ने कहदा कि हे प्रभु सानू तू पिता दिखा दे, यही साडे वास्ते बड़ा है। देखो फिलिप्पुस के सामने यीशु खड़ा है। प्रभु यीशु जिहड़े है वो फिलिप्पुस के सामने खड़े गया और फिलिप्पुस यीशु नूं कहदा कि हे प्रभु सानू पिता दिखा दे, यही साडे वास्ते बड़ा है। और अज असीं प्रभु यीशु नूं देखण वास्ते तरसदे पे गए और फिलिप्पुस प्रभु यीशु के सामने खड़े होकर कहदा कि हे प्रभु सानू पिता दिखा दे, यही साडे वास्ते बड़ा है। एक गल याद रखनी है, असीं वो चीज़ देखने जी गुजर जी दी है, जी चीज़ प्रैजेंट है जो साढ़े सामने है वो देखते नहीं है। फिलिप्पुस प्रभु यीशु नूं कहदा कि हे प्रभु सानू परमेश्वर दिखा दे। हालेलुया। और वो सामने परमेश्वर खड़ा है। प्रभु यीशु के सामने खड़े है, वो सामने ही प्रभु यीशु अन्यां नूं अखा दिंदे सीगे, लंगड़े चलते सीगे, रोगी जिहड़े आ कोड़ी शुद्ध हुंदे सीगे ਉਹਦੇ सामने ही। फिर भी वो कहता कि हे प्रभु सानू पिता दिखा दे। यीशु मसीह सामने खड़ा है, फिर वो कह रहा गया आगे देखो की कहता है। यीशु ने उससे कहा, हे फिलिप्पुस मैं इतने दिन से तुम्हारे साथ हूँ और क्या तू मुझे नहीं जानता? जिसने मुझे देखा है उसने पिता को देखा है। हालेलुया। क्यों कहता है कि पिता को हमें दिखा? प्रभु यीशु ने कहा कि हे फिलिप्पुस मैं इन्ने देर तेरे नाल रहा है तो तू हजे भी कहेगा कि मैनू पिता दिखा दे। जिन्हें मैनू देखा उन्हें किनू देख लिया? हालेलुया। और अज असीं कहने कि मैं तुहानूं कहा कि प्रभु यीशु मसीह तुहाडे सामने है तो तुसीं की करोगे?
ਪਰਮੇਸ਼ਰ ਨੇ ਕਿਹਾ, ਦੇਖੋ ਫਿਲਿਪੁਸ ਦੇ ਸਾਹਮਣੇ ਪ੍ਰਭੂ ਯਿਸੂ ਸੀਗੇ ਔਰ ਫਿਰ ਕਹਿ ਰਿਹਾ ਕਿ हे ਪ੍ਰਭੂ ਸਾਨੂੰ ਪਿਤਾ ਦਿਖਾ ਦੇ। ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ, ਕੀ ਕਿਹਾ ਭਲਾ, ਕਿ ਜਿੰਨੇ ਮੈਨੂੰ ਦੇਖਿਆ ਉਹਨੇ ਕਿਹਨੂੰ ਦੇਖ ਲਿਆ? ਸਾਹਮਣੇ ਜਿਹੜੀ ਪ੍ਰੈਜ਼ੈਂਟ ਚੀਜ਼ ਆ ਉਹਦੇ ਵੱਲ ਧਿਆਨ ਦੇਣਾ ਹੈਗਾ। ਅੱਜ ਉਹੀ ਪ੍ਰਭੂ ਯਿਸੂ ਮਸੀਹ ਦਾ ਆਤਮਾ ਸਾਡੇ ਵਿੱਚ ਆਉਂਦਾ ਹੈਗਾ। ਅਸੀਂ ਪ੍ਰਭੂ ਯਿਸੂ ਮਸੀਹ ਨੂੰ ਉੱਧਰ ਉੱਧਰ ਦੇਖਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਸਾਨੂੰ ਪ੍ਰਭੂ ਯਿਸੂ ਮਸੀਹ ਕਿਹਦੇ 'ਚ ਕੋ ਦੇਖਣਾ ਪਿਆ? ਪਰਮੇਸ਼ਰ ਦੇ ਦਾਸ ਵਿੱਚ ਦੇਖਣੇ ਪੈਣਾ। ਹਾਲੇਲੂਇਆ। ਫਿਲਿਪੁਸ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਖੜੇ ਸੀਗੇ ਔਰ ਫਿਲਿਪੁਸ ਨੂੰ ਕਹਿ ਰਿਹਾ, हे ਪ੍ਰਭੂ ਸਾਨੂੰ ਪਿਤਾ ਦਿਖਾ ਦੇ। ਔਰ ਪ੍ਰਭੂ ਯਿਸੂ ਮਸੀਹ ਕਹਿੰਦੇ, ਜਿੰਨੇ ਮੈਨੂੰ ਦੇਖਿਆ ਉਹਨੇ ਕਿਹਨੂੰ ਦੇਖ ਲਿਆ? ਸੇਮ ਉਸੇ ਤਰ੍ਹਾਂ ਹੀ ਅਗਰ ਤੁਸੀਂ ਕਹਿ ਰਹੇ ਹੋ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਦਰਸ਼ਨ ਦੇ ਸਾਡੇ, ਤੇ ਪ੍ਰਭੂ ਯਿਸੂ ਮਸੀਹ ਦੇ ਆਤਮਾ ਨੂੰ ਪ੍ਰਭੂ ਯਿਸੂ ਮਸੀਹ ਦੇ ਦਾਸ ਵਿੱਚ ਦੇਖਣਾ ਹੈਗਾ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੇ ਦਾਸ ਵਿੱਚ ਤੁਹਾਨੂੰ ਪ੍ਰਭੂ ਯਿਸੂ ਮਸੀਹ ਦਾ ਆਤਮਾ ਦਿਖਾਈ ਦੇਗਾ। ਜਿਨੇ ਪ੍ਰਭੂ ਯਿਸੂ ਮਸੀਹ ਨੂੰ ਦੇਖਣਾ ਹੈਗਾ ਉਹ ਪਰਮੇਸ਼ਰ ਦੇ ਦਾਸ ਵਿੱਚ ਦੇਖੇਗਾ। ਅਗਰ ਤੁਸੀਂ ਇਹ ਵਿਸ਼ਵਾਸ ਕਰਦੇ ਪਏ ਹੋ ਕਿ ਪਰਮੇਸ਼ਰ ਦੇ ਦਾਸ ਦੇ ਵਿੱਚ ਤੁਹਾਨੂੰ ਪਰਮੇਸ਼ਰ ਦਾ ਆਤਮਾ ਨਜ਼ਰ ਆਏਗਾ, ਤੁਸੀਂ ਬਲੈਸ ਹੈਗੇ ਪਰਮੇਸ਼ਰ ਦੇ ਨਾਮ ਦੇ ਵਿੱਚ। ਅਗਰ ਤੁਸੀਂ ਇਹ ਸੋਚਦੇ ਪਏ ਕਿ ਪਰਮੇਸ਼ਰ ਦੇ ਦਾਸ ਨੇ ਜੋ ਮੈਨੂੰ ਗੱਲਾਂ ਕਹੀਆਂ ਮੈਂ ਉਹ ਗੱਲਾਂ ਮੰਨਣੀਆਂ, ਤੁਸੀਂ ਬਲੈਸ ਹੈਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅਗਰ ਤੁਸੀਂ ਇਹ ਮੰਨਦੇ ਪਏ ਹੋ ਕਿ ਪ੍ਰਭੂ ਦਾ ਦਾਸ ਜਿਹੜਾ ਹੈਗਾ ਸਾਡੇ ਲਈ ਸਭ ਕੁਝ ਕਰਦਾ ਪਿਆ, ਸਾਡੇ ਪਾਸੇ ਪ੍ਰੇਅਰ ਕਰਦਾ, ਸਾਡੀ ਪ੍ਰੇਅਰ ਜਿਹੜੀ ਹੈ ਸੁਣੀ ਜਾਏਗੀ, ਤੁਸੀਂ ਬਲੈਸ ਹੋ ਪਰਮੇਸ਼ਰ ਦੇ ਨਾਮ ਦੇ ਵਿੱਚ। ਇਸ ਕਰਕੇ ਪਰਮੇਸ਼ਰ ਦੇ ਦਾਸ ਦੇ ਵਿੱਚੋਂ ਪਰਮੇਸ਼ਰ ਨੂੰ ਦੇਖਣਾ ਸ਼ੁਰੂ ਕਰ ਦਿਓ। ਅਗਰ ਤੁਸੀਂ ਪਰਮੇਸ਼ਰ ਦੇ ਦਾਸ ਵਿੱਚ ਪਰਮੇਸ਼ਰ ਨੂੰ ਦੇਖਦੇ ਪਏ ਹੋ, ਜਿਸ ਤਰ੍ਹਾਂ ਅਗਰ ਫਿਲਿਪੁਸ ਪ੍ਰਭੂ ਯਿਸੂ ਮਸੀਹ ਦੇ ਵਿੱਚੋਂ ਪ੍ਰਭੂ ਨੂੰ ਦੇਖਦਾ ਤੇ ਉਹਨੂੰ ਉਸੇ ਵਕਤ ਸਾਰਾ ਕੁਝ ਦਿਖਾਈ ਦੇਣਾ ਸੀਗਾ, ਲੇਕਿਨ ਉਹ ਕੀ ਕਰਦਾ ਪਿਆ? ਉਹ ਹਜੇ ਵੀ ਉੱਧਰ ਦੇਖਦਾ ਪਿਆ। हे ਪ੍ਰਭੂ ਸਾਨੂੰ ਪਿਤਾ ਦਿਖਾ ਦੇ। ਸਾਹਮਣੇ ਪ੍ਰਭੂ ਯਿਸੂ ਮਸੀਹ ਖੜਾ ਹੈਗਾ। ਪ੍ਰਭੂ ਯਿਸੂ ਮਸੀਹ ਕਹਿੰਦਾ, ਤੂੰ ਹਜੇ ਵੀ ਮੈਂ ਇੰਨੇ ਚਿਰ ਤੇਰੇ ਨਾਲ ਰਿਹਾ ਤੇ ਤੂੰ ਹਜੇ ਵੀ ਕਹਿੰਦਾ ਹੈਗਾ ਕਿ ਮੈਨੂੰ ਪਿਤਾ ਦਿਖਾ ਦੇ। ਪ੍ਰਭੂ ਯਿਸੂ ਮਸੀਹ ਕਹਿੰਦੇ, ਜਿੰਨੇ ਮੈਨੂੰ ਦੇਖ ਲਿਆ ਉਹਨੇ ਕਿਹਨੂੰ ਦੇਖ ਲਿਆ? ਅੱਜ ਵੀ ਸੇਮ ਉਹੀ ਪ੍ਰਭੂ ਯਿਸੂ ਮਸੀਹ ਦਾ ਆਤਮਾ ਇਸ ਕਲੀਸਿਆ 'ਚ ਆਉਂਦਾ ਹੈਗਾ ਔਰ ਉਹੀ ਸੇਮ ਪਰਮੇਸ਼ਰ ਦਾ ਆਤਮਾ ਪਰਮੇਸ਼ਰ ਦੇ ਦਾਸ ਵਿੱਚ ਵਾਸ ਕਰਦਾ ਹੈਗਾ ਔਰ ਉਹੀ ਪਰਮੇਸ਼ਰ ਦੇ ਆਤਮਾ ਦੁਆਰਾ ਹਰ ਇੱਕ ਦੇ ਵਾਸਤੇ ਪ੍ਰੇਅਰ ਕੀਤੀ ਜਾਂਦੀ ਹੈਗੀ ਹੈ। ਉਹ ਹਰ ਬਿਮਾਰੀਆਂ ਨੂੰ ਦੂਰ ਕਰਦਾ ਹੈਗਾ। ਅਗਰ ਅਸੀਂ ਇਹ ਚੀਜ਼ ਵਿਸ਼ਵਾਸ ਕਰੀਏ ਕਿ ਪਰਮੇਸ਼ਰ ਦੇ ਦਾਸ ਦੇ ਵਿੱਚੋਂ ਸਾਨੂੰ ਬਲੈਸਿੰਗ ਮਿਲਣੀ ਹੈਗੀ ਹੈ ਤੇ 100% ਬਲੈਸਿੰਗ ਮਿਲੇਗੀ ਤੁਹਾਨੂੰ। ਹਾਲੇਲੂਇਆ। ਇਸ ਕਰਕੇ ਕੀ ਕਰਨਾ ਭਲਾ? ਹਮੇਸ਼ਾ ਇਹ ਚੀਜ਼ ਨੋਟ ਕਰਨੀ ਹੈਗੀ ਹੈ ਕਿ ਜਿੰਨੇ ਪ੍ਰਭੂ ਯਿਸੂ ਮਸੀਹ ਨੂੰ ਦੇਖਣਾ ਹੈਗਾ ਉਹ ਪ੍ਰਭੂ ਯਿਸੂ ਮਸੀਹ ਦੇ ਦਾਸ ਦੇ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓ। ਕਿਉਂਕਿ ਜਿੰਨੇ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ, ਕਹਿੰਦੇ ਜਿੰਨੇ ਮੈਨੂੰ ਦੇਖਿਆ ਉਹਨੇ ਪਿਤਾ ਨੂੰ ਦੇਖਿਆ। ਹਾਲੇਲੂਇਆ। ਔਰ ਪ੍ਰਭੂ ਯਿਸੂ ਮਸੀਹ ਨੇ ਆਪ ਕਿਹਾ ਹੈਗਾ ਕਿ ਮੈਂ ਜਾਣਾ ਤੇ ਮੈਂ ਹੁਣ ਤੁਹਾਡੇ ਵਾਸਤੇ ਕੀ ਕਰਾਂਗਾ ਭਲਾ? ਇੱਕ ਸਹਾਇਕ ਭੇਜਾਂਗਾ ਜਿਹੜਾ ਤੁਹਾਡੀ ਕੀ ਕਰੇਗਾ? ਹਮੇਸ਼ਾ ਰੱਖਿਆ ਕਰੇਗਾ, ਹਮੇਸ਼ਾ ਤੁਹਾਡੇ ਲਈ ਪ੍ਰੇਅਰ ਕਰੇਗਾ, ਹਮੇਸ਼ਾ ਤੁਹਾਡੇ ਨਾਲ ਰਹੇਗਾ। ਹਾਲੇਲੂਇਆ। ਦੇਖੋ ਕੀ ਹੁੰਦਾ, ਕਈ ਵਾਰੀ ਹੁਣ ਤੁਹਾਨੂੰ ਆਉਣ ਵਾਲੇ ਟਾਈਮ ਵਿੱਚ ਕੀ ਹੋਣਾ, ਤੁਹਾਨੂੰ ਸੁਪਨੇ ਆਣੇ ਹੈਗੇ। ਇੱਦਾਂ ਕੋਈ ਹੋਇਆ ਤੇ ਹੋਇਆ ਤਾਂ ਕੋਈ ਖੜਾ ਹੈ, ਸੁਪਨੇ ਵਿੱਚ ਪਰਮੇਸ਼ਰ ਦਾ ਦਾਸ ਨਜ਼ਰ ਆਉਂਦਾ ਹੈਗਾ। ਕਈ ਵਾਰੀ ਸੁਪਨੇ ਵਿੱਚ ਮੈਂ ਉਹਨੂੰ ਨਜ਼ਰ ਆਵਾਂਗਾ ਕਿ ਸੁਪਨੇ ਵਿੱਚ ਹੋਏਗਾ ਕਿ ਤੁਸੀਂ ਕਿਸੇ ਦੁਸ਼ਟ ਆਤਮਾ ਨਾਲ ਝਗੜੇ ਦੇ ਹੈਗੇ ਤਾਂ ਪਰਮੇਸ਼ਰ ਦਾਸ ਤੁਹਾਨੂੰ ਸੁਪਨੇ ਵਿੱਚ ਪ੍ਰੇਅਰ ਕਰੇਗਾ, ਉਹ ਦੁਸ਼ਟ ਆਤਮਾ ਜਿਹੜੀ ਦੂਰ ਹੋਏਗੀ। ਕਈ ਵਾਰੀ ਤੁਹਾਨੂੰ ਸੁਪਨੇ ਵਿੱਚ ਪਰਮੇਸ਼ਰ ਦਾ ਦਾਸ ਨਜ਼ਰ ਆਏਗਾ, ਤੁਹਾਨੂੰ ਸਿਖਾਏਗਾ ਕਿ ਇਹ ਕਰਨਾ, ਇੱਦਾਂ ਕਰਨਾ ਹੈ। ਇੱਦਾਂ ਹੁੰਦਾ 100%। ਹਾਲੇਲੂਇਆ। ਸੁਪਨਿਆਂ ਵਿੱਚ ਤੁਹਾਨੂੰ ਪਰਮੇਸ਼ਰ ਦੇ ਦਾਸ ਨੇ ਨਜ਼ਰ ਆਉਣਾ। ਕਿਉਂ? ਕਿਉਂਕਿ ਪਰਮੇਸ਼ਰ ਨੇ ਕਿਹਾ ਜਿੰਨੇ ਮੈਨੂੰ ਦੇਖਿਆ ਉਹਨੇ ਪਿਤਾ ਨੂੰ ਦੇਖਿਆ ਹੈਗਾ। ਹਾਲੇਲੂਇਆ। ਪਰਮੇਸ਼ਰ ਦੇ ਦਾਸ ਵਿੱਚ ਪਰਮੇਸ਼ਰ ਨੂੰ ਦੇਖਣਾ ਸ਼ੁਰੂ ਕਰ ਦਿਓ, ਬਲੈਸ ਹੋ ਜਾਣਾ ਤੁਸੀਂ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੇ ਦਾਸ ਵਿੱਚ ਪਰਮੇਸ਼ਰ ਨੂੰ ਦੇਖਣੇ ਹੈਗੇ, ਜਦੋਂ ਅਸੀਂ ਪਰਮੇਸ਼ਰ ਦੇ ਦਾਸ ਦੀਆਂ ਗੱਲਾਂ ਸੁਣਦੇ ਹੈਗੇ, ਪਰਮੇਸ਼ਰ ਦੇ ਦਾਸ ਦੁਆਰਾ ਬਚਨ ਜਿਹੜੇ ਕਹੇ ਜਾਂਦੇ ਉਹਨੂੰ ਗ੍ਰਹਿਣ ਕਰਨੇ ਹੈਗੇ, ਤੇ ਪਰਮੇਸ਼ਰ ਨੇ ਕਹਿੰਦਾ ਜਿਹੜਾ ਇਨਸਾਨ ਮੇਰੀ ਆਗਿਆ ਨੂੰ ਮੰਨਦਾ ਹੈਗਾ, ਮੇਰੀ ਆਗਿਆ ਨੂੰ ਸੁਣਦਾ ਹੈਗਾ। ਸੁਣਦਾ ਕਿੱਦਾਂ ਹੈਗਾ? ਪਰਮੇਸ਼ਰ ਦਾ ਦਾਸ ਬੋਲਦਾ ਪਿਆ ਹੈਗਾ ਤੇ ਉਹ ਸੁਣਦਾ ਪਿਆ ਹੈਗਾ। ਹਾਲੇਲੂਇਆ। ਇੱਕ ਅਸੀਂ ਬਚਨ ਪੜ੍ਹਨਾ ਹੈਗਾ ਹਿਜ਼ਕੀਏਲ ਦੀ ਕਿਤਾਬ, ਉਹਦਾ 37ਵਾਂ ਅਧਿਆਇ, सैंतीवां अध्याय ਉਹਦਾ चौथा, पंजवां ਤੇ 6वां वचन पढ़ना। चौथा ਤੇ चौथा, पंजवां ਤੇ 7वां वचन ध्यान ਨਾਲ सुनना है इस चीज ਨੂੰ। तब उसने मुझसे कहा इन हड्डियों से भविष्यवाणी करके कह, इन हड्डियों से भविष्यवाणी करके कह, हे सूखी हड्डियों, हे सूखी हड्डियों, यहोवा का वचन सुनो। यहोवा का वचन सुनो। आगे परमेश्वर यहोवा तुम हड्डियों से यूं कहता है, आगे। देखो मैं आप तुम में सांस समाऊंगा और तुम जी उठोगी। हालेलुया। 7वां वचन पढ़ो। इस आज्ञा के अनुसार मैं भविष्यवाणी करने लगा और मैं भविष्यवाणी कर ही रहा था कि एक आहट आई और भूमि डोल हुआ और वे हड्डियां इकट्ठी होकर हड्डी से हड्डी जुड़ गई। हालेलुया। देखो ध्यान ਨਾਲ वचन सुनना है इस चीज ਨੂੰ। देखो परमेश्वर ने परमेश्वर ਦੇ ਦਾਸ ਨੂੰ ਕਿਹਾ ਕਿ ਤੂੰ ਕਹਿ ਦੇ ਇਹ ਹੱਡੀਆਂ ਪਈਆਂ ਸੀਗੀਆਂ। परमेश्वर ਦੇ वचन ਆਇਆ, परमेश्वर ਦੇ ਦਾਸ ਨੂੰ ਕਿਹਾ ਕਿ ਇਹਨਾਂ ਹੱਡੀਆਂ ਨੂੰ ਕਹਿ ਦੇ ਕਿ ਇਹ ਸੁੱਕੀ ਹੱਡੀਓ ਕੀ ਹੋ ਜਾਓ ਭਲਾ ਤੁਸੀਂ ਇਕੱਠੀ ਹੋ ਜਾਓ
और हड्डी नाल हड्डी जुड़ जे। परमेश्वर का वचन आखदा है की बोलिया, हे सुक्की हड्डियो हड्डी दे नाल हड्डी जुड़ के की बनो भला तुसीं उठ खड़े होवो। उस तो बाद परमेश्वर के दास ने बोलिया, हे सुक्की हड्डियो उठ खड़े होवो। एक बार वचन बोलिया परमेश्वर ने, हे सुक्की हड्डियो तुसीं खड़े हो जाओ, लेकिन उसने नहीं काम होया। फिर परमेश्वर के दास ने कहा, हे सुक्की हड्डियो तुसीं खड़े हो जाओ, ते नाल ही आहट आई ते नाल ही जुड़ना शुरू हो गई। किहदे द्वारा काम किया भला? परमेश्वर ने अपने वर्ड द्वारा नहीं काम किया। परमेश्वर ने किहदे द्वारा काम किया? दास दे विच हो के काम किया। हालेलुया। परमेश्वर डायरैक्ट काम नहीं करते, याद रखना है। परमेश्वर ने किहदे विच हो के काम करना है? दास दे विच। तुहाडे सामने ही होया देखो, एक बार की क्या भला परमेश्वर कह रहा है, इनू कह दे, हे सुक्की हड्डियो तुसीं की होया भला हड्डी नाल हड्डी जुड़ जाओ और तुसीं ठीक हो जाओगे। और उस तो बाद परमेश्वर के दास ने बोलिया, हे सुक्की हड्डियो हड्डी दे नाल हड्डी जोड़ जाओ तुसीं ठीक हो जाओगे। और पहला वचन जिहड़ा वो वर्क नहीं होया, लेकिन जिहड़ा दूसरा वचन जिहड़ा परमेश्वर के दास दे विच हो के बोलाया गया वो वर्क किया गया। ਇਹਦਾ मतलब ਤੁਹਾਨੂੰ ਬਲੈਸਿੰਗ ਕਿਹਦੇ ਦੁਆਰਾ ਮਿਲਣੀ ਹੈਗੀ ਹੈ? ਪਰਮੇਸ਼ਰ ਦੇ ਦਾਸ ਦੁਆਰਾ। ਪਰਮੇਸ਼ਰ ਦੇ ਦਾਸ ਨੇ ਤੁਹਾਨੂੰ ਬਲੈਸ ਕਰਨਾ ਪਰਮੇਸ਼ਰ ਦੇ ਨਾਮ ਦੇ ਵਿੱਚ, ਕਿਉਂਕਿ ਆਗਿਆਵਾਂ ਕਿਹਦੇ ਦੁਆਰਾ ਮਿਲਦੀ ਹੈਗੀਆਂ? ਪਰਮੇਸ਼ਰ ਦੁਆਰਾ। ਪਰਮੇਸ਼ਰ ਦੁਆਰਾ ਕਿਹਨੂੰ ਮਿਲਦੀਆਂ ਆਗਿਆਵਾਂ? ਪਰਮੇਸ਼ਰ ਦੇ ਦਾਸ ਨੂੰ ਮਿਲਦੀਆਂ ਹੈਗੀਆਂ। ਇਸ ਕਰਕੇ ਪਰਮੇਸ਼ਰ ਦੇ ਦਾਸ ਵਿੱਚੋਂ ਹੀ ਪਰਮੇਸ਼ਰ ਨੂੰ ਲੱਭਣਾ ਸਿੱਖੋ। ਹਾਲੇਲੂਇਆ। ਅਗਲਾ ਪੁਆਇੰਟ ਜਿਹੜਾ ਲਾਸਟ ਪੁਆਇੰਟ ਹੈਗਾ ਉਹ ਅਸੀਂ ਪੜ੍ਹਨਾ ਹੈਗਾ ਪਹਿਲਾ ਕੁਰਿੰਥੀਆਂ ਉਹਦਾ 12ਵਾਂ ਅਧਿਆਏ ਉਹਦਾ 12 ਤੋਂ ਲੈ ਕੇ 20 ਪੁਆਇੰਟ ਤੱਕ ਪੜ੍ਹਨਾ ਹੈ। ਫਿਰ ਉਸ ਤੋਂ ਅੱਗੇ ਅਸੀਂ ਪ੍ਰਾਰਥਨਾ ਕਰਨੀ ਹੈਗੀ। ਹਾਂਜੀ, ਉਹਦਾ 12ਵਾਂ ਅਧਿਆਏ ਉਹਦਾ 20ਵਾਂ ਵਚਨ 12 ਤੋਂ 20। परंतु अब अंग तो बहुत से हैं, परंतु देह एक ही है। आँख हाथ से नहीं कह सकती मुझे तेरी आवश्यकता नहीं, और ना सिर पाँव से कह सकता है मुझे तुम्हारी आवश्यकता नहीं। परंतु देह के वे अंग जो दूसरों से निर्भर लगते हैं बहुत ही आवश्यक हैं, और देह के जिन अंगों को हम आदर के योग्य नहीं समझते उन्हीं को हम अधिक आदर देते हैं। हालेलुया। ਇਹ ਪੜ੍ਹ ਲੈਣਾ ਤੁਸੀਂ ਪਹਿਲਾ ਕੁਰਿੰਥੀਆਂ 12ਵਾਂ ਅਧਿਆਏ ਉਹਦਾ 12 ਤੋਂ ਲੈ ਕੇ 20 ਤੱਕ ਵਚਨ ਪੜ੍ਹਨਾ। ਇਹ 'ਚ ਲਿਖਿਆ ਗਿਆ ਕਿ ਤੁਸੀਂ ਕੀ ਹੈਗੇ ਹੋ ਭਲਾ? ਪਰਮੇਸ਼ਰ ਦੀ ਕੀ ਹੈਗੇ ਹੋ ਭਲਾ? ਦੇਹ ਹੈਗੇ ਹੋ। ਤੁਸੀਂ ਪਰਮੇਸ਼ਰ ਦੇ ਅੰਗ ਹੈਗੇ ਹੋ। ਹਾਲੇਲੂਇਆ। ਔਰ ਪਰਮੇਸ਼ਰ ਦੇ ਅੰਗ ਜਿਹੜੇ ਹੈਗੇ ਆ ਦੇਖੋ, ਜੋ ਹੱਥਾਂ ਦਾ ਕੰਮ ਆ ਉਹ ਪੈਰਾਂ ਨੇ ਨਹੀਂ ਕਰਨਾ ਗਾ। ਜੋ ਹੱਥਾਂ ਦਾ ਕੰਮ ਆ ਉਹ ਪੈਰਾਂ ਨੇ ਨਹੀਂ ਕਰਨਾ ਗਾ। ਜੋ ਪੈਰਾਂ ਦਾ ਕੰਮ ਆ ਉਹ ਹੱਥਾਂ ਨੇ ਨਹੀਂ ਕਰਨਾ ਗਾ। ਹਾਲੇਲੂਇਆ। ਕਹਿੰਦੇ ਪਰਮੇਸ਼ਰ ਦਾ ਵਚਨ ਕੀ ਕਹਿੰਦੇ ਪਿਆ? ਤੁਸੀਂ ਪਰਮੇਸ਼ਰ ਦੇ ਅੰਗ ਹੈਗੇ ਹੋ। ਇਸ ਕਰਕੇ ਇਹਨਾਂ ਅੰਗਾਂ ਨੇ ਕੀ ਕਰਨਾ? ਪਹਿਲਾਂ ਪਰਮੇਸ਼ਰ ਦੀ ਸੇਵਾ ਕਰਨੀ ਹੈਗੀ ਹੈ। ਇਹਨਾਂ ਅੰਗਾਂ ਨੇ ਕੀ ਕਰਨਾ? ਪਰਮੇਸ਼ਰ ਦੀ ਸੇਵਾ ਕਰਨੀ ਹੈਗੀ ਹੈ। ਇਸ ਕਰਕੇ ਅਗਲਾ ਪੁਆਇੰਟ ਜਿਹੜੀ ਆ ਆਗਿਆ ਕੀ ਦਿੱਤੀ ਜਾਂਦੀ ਹੈ ਤੁਹਾਨੂੰ ਕਿ ਹਮੇਸ਼ਾ ਪਰਮੇਸ਼ਰ ਦੀ ਸੇਵਾ ਵਿੱਚ ਵੀ ਅੱਗੇ ਵਧਣਾ ਹੈਗਾ। ਹਰ ਇੱਕ ਇਨਸਾਨ ਨੂੰ ਪਰਮੇਸ਼ਰ ਨੇ ਉਹਦੀ ਸੇਵਾ ਠਹਿਰਾਈ ਦੀ ਹੈਗੀ ਹੈ। ਅੱਜ ਜਾ ਕੇ ਘਰ ਪ੍ਰਾਰਥਨਾ ਕਰਨੀ ਹੈ ਤੁਸੀਂ ਕਿ ਹੇ ਪਰਮੇਸ਼ਰ ਮੇਰੀ ਚਰਚ ਵਿੱਚ ਕੀ ਸੇਵਾ ਹੈਗੀ ਹੈ, ਮੈਂ ਕੀ ਸੇਵਾ ਕਰਨਾ ਚਾਹੁੰਦਾ ਹਾਂ। ਹਰ ਇੱਕ ਇਨਸਾਨ ਨੂੰ ਜੇ ਤੁਸੀਂ ਚਰਚ 'ਚ ਆਉਂਦੇ ਪਿਆ, ਘਰ ਨਹੀਂ ਮੰਨਣਾ ਘਰ ਆਉਂਦੇ ਪਏ, ਤੁਸੀਂ ਕਿੱਥੇ ਆਉਂਦੇ ਪਏ? ਚਰਚ 'ਚ ਆਉਂਦੇ ਪਏ ਹੈਗੇ ਹੋ। ਔਰ ਚਰਚ 'ਚ ਪਰਮੇਸ਼ਰ ਨੇ ਹਰ ਇੱਕ ਇਨਸਾਨ ਦੀ ਕੋਈ ਸੇਵਾ ਠਹਿਰਾਈ ਦੀ ਹੈਗੀ ਹੈ। ਕੋਈ ਕੀ ਸੇਵਾ ਕਰਨਾ ਚਾਹੁੰਦੇ? ਤੁਸੀਂ ਟੈਂਟ ਲਗਾਉਣ ਦੀ ਸੇਵਾ ਕਰਨਾ ਚਾਹੁੰਦੇ ਹੋ, ਤੁਸੀਂ ਦਰੀਆਂ ਵਿਛਾਉਣ ਦੀ ਸੇਵਾ ਕਰਨਾ ਚਾਹੁੰਦੇ ਹੋ, ਤੁਸੀਂ ਕਿਹੜੀ ਸੇਵਾ ਕਰਨਾ ਚਾਹੁੰਦੇ ਹੈਗੇ ਹੋ? ਉਹ ਸੇਵਾ ਕਰਨੀ ਹੈਗੀ ਹੈ। ਆਪਣੀ ਸੇਵਾ ਪਰਮੇਸ਼ਰ ਕੋਲ ਚੁਣਨੀ ਹੈਗੀ ਹੈ। ਪਰਮੇਸ਼ਰ ਨੂੰ ਕਹਿਣਾ ਕਿ ਮੈਂ ਪਰਮੇਸ਼ਰ ਇਹ ਸੇਵਾ ਕਰਨਾ ਚਾਹੁੰਦਾ ਚਾਹੀਏ। ਕਈਆਂ ਨੂੰ ਰੂਹਾਂ ਲੈਣ ਦੀ ਸੇਵਾ ਦੇ ਕੇ ਰੂਹ ਲੈ ਕੇ ਆਉਂਦੇ ਆ ਪਰਮੇਸ਼ਰ ਵਿੱਚ, ਉਹਨਾਂ ਰੂਹ ਲੈ ਕੇ ਆਉਣ ਦੀ ਸੇਵਾ ਦਿੰਦੀ ਹੈ। ਕਈਆਂ ਨੂੰ ਪ੍ਰਾਰਥਨਾ ਕਰਨ ਦੀ ਸੇਵਾ ਦਿੱਤੀ ਹੁੰਦੀ ਹੈ, ਉਹਨਾਂ ਨੇ ਪ੍ਰਾਰਥਨਾ ਕਰਨੀ ਹੈ ਸਾਰਿਆਂ ਵਾਸਤੇ। ਹਾਲੇਲੂਇਆ। ਹਰ ਇੱਕ ਸੇਵਾ ਠਹਿਰਾਈ ਦੀ ਹੈ। ਉਹ ਸੇਵਾ ਤੁਸੀਂ ਪਰਮੇਸ਼ਰ ਕੋਲ ਮੰਗਣੀ ਹੈ ਕਿ ਪਰਮੇਸ਼ਰ ਮੇਰੀ ਸੇਵਾ ਕੀ ਹੈਗੀ ਹੈ। ਔਰ ਅਗਲੇ ਸੰਡੇ ਤੁਸੀਂ ਆ ਕੇ ਸਿਸਟਰ ਨੂੰ ਤਾਂ ਇਹਨਾਂ ਨੂੰ ਤਾਂ ਕਹਿ ਦੇਣਾ ਤੁਸੀਂ ਕਿ ਕੀ ਕਰਨਾ ਭਲਾ ਤੁਸੀਂ ਕਿ ਮੇਰੀ ਭੈਣ ਮੇਰੀ ਇਹ ਸੇਵਾ ਹੈ, ਮੈਂ ਇਹ ਸੇਵਾ ਕਰਨਾ ਚਾਹੁੰਦਾ ਜਾਂ ਮੈਂ ਇਹ ਸੇਵਾ ਕਰਨਾ ਚਾਹੁੰਦੀ ਹੈਗੀ। ਉਹ ਸੇਵਾ ਤੁਸੀਂ ਕੀ ਕਰਨਾ? ਪਰਮੇਸ਼ਰ ਦੀ ਦਾਸੀ ਕੋਲ ਤੁਸੀਂ ਦਿਖਾਉਣੀ ਹੈਗੀ ਹੈ। ਪ੍ਰਾਰਥਨਾ ਕਰੋ ਇਸ ਵਿਸ਼ੇ ਵਾਸਤੇ ਇਹ ਹਫ਼ਤਾ ਇੱਕ ਪੂਰਾ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੁੜਕੁੜਾ ਕੇ ਕਦੀ ਵੀ ਸੇਵਾ ਨਹੀਂ ਕਰਨੀ ਹੈਗੀ। ਤੁਹਾਨੂੰ ਕਦੀ ਵੀ ਇੱਦਾਂ ਦੀ ਸੇਵਾ ਨਹੀਂ ਦਿੱਤੀ ਜਾਏਗੀ ਅਤੇ ਤੁਸੀਂ ਕੁੜਕੁੜਾ ਕੇ ਕਰੋ, ਤੁਹਾਡੇ ਥੋਪੀ ਨਹੀਂ ਜਾਏਗੀ ਸੇਵਾ। ਲੇਕਿਨ ਤੁਸੀਂ ਕੀ ਕਰਨਾ? ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨੀ ਹੈਗੀ ਹੈ ਕਿ ਪਰਮੇਸ਼ਰ ਮੈਨੂੰ ਦੱਸ ਕਿ ਮੈਂ ਕੀ ਸੇਵਾ ਕਰਨੀ, ਕਿਉਂਕਿ ਸੇਵਾ ਬਿਨਾਂ ਮੇਵਾ ਨਹੀਂ ਮਿਲਦਾ। ਕਹਿੰਦੇ ਨਾ ਸੇਵਾ ਬਿਨਾਂ ਮੇਵਾ ਨਹੀਂ ਹੈਗਾ। ਇਸ ਕਰਕੇ ਪਰਮੇਸ਼ਰ ਦੇ ਭਵਨ ਦੇ ਵਿੱਚ ਸੇਵਾ ਕਰਨ ਵਾਸਤੇ ਵੀ ਅੱਗੇ ਵਧਣਾ ਹੈਗਾ, ਕਿਉਂਕਿ ਅਸੀਂ ਸਾਰੇ ਕੀ ਹੈਗੇ? ਪਹਿਲਾਂ ਪਰਮੇਸ਼ਰ ਨੇ ਕਿਹਾ ਅਸੀਂ ਸਾਰੇ ਕੀ ਹੈਗੇ ਹਾਂ? ਪਰਮੇਸ਼ਰ ਦੀ ਕੀ ਹੈਗੇ ਹਾਂ? ਦੇਹ ਹੈਗੇ ਹਾਂ। ਹਾਲੇਲੂਇਆ। ਔਰ ਇੱਕ ਦੂਜੇ ਦੇ ਵਾਸਤੇ ਦੇਹ ਜਿਹੜੀ ਹੈ ਦੇਖੋ, ਅਗਰ ਇਹ ਕੰਨ ਨੂੰ ਦਰਦ ਹੋਏ ਤੇ ਇਹ ਕੰਨ ਨੂੰ ਦਰਦ ਹੋਏ ਤੇ ਬਾਕੀ ਹੱਥ ਥੋੜ੍ਹੀ ਕਹਿੰਦੇ ਕਿ ਇਹ ਕੰਨ ਨੂੰ ਦਰਦ ਹੁੰਦਾ, ਆਪੋ ਇਹੀ ਰੱਖਿਆ ਕਰੇਗੀ ਆਪਣੀ। ਇਸ ਕਰਕੇ ਇੱਕ ਦੂਜੇ ਵਾਸਤੇ ਪ੍ਰੇਅਰ ਵੀ ਕਰੇ ਕਰੋ, ਇੱਕ ਦੂਜੇ ਵਾਸਤੇ ਪ੍ਰਾਰਥਨਾ ਵੀ ਕਰੇ ਕਰੋ ਕਿ ਪਰਮੇਸ਼ਰ ਉਹਦੇ ਘਰ ਵਿੱਚ ਇਹ ਪ੍ਰੋਬਲਮ ਹੈ, ਇਹ ਪ੍ਰੋਬਲਮ ਦੂਰ ਕਰ ਦਿਓ। ਔਰ ਇੱਕ ਦੂਜੇ ਦਾ ਹਾਲ ਵੀ ਪੁੱਛਿਆ ਕਰੋ ਕਿ ਤੁਸੀਂ ਠੀਕ ਹੈਗੇ ਹੋ। ਤੁਹਾਨੂੰ ਸਾਰਿਆਂ ਕੋਲ ਇੱਕ ਦੂਜੇ ਦਾ ਕੰਟੈਕਟ ਨੰਬਰ ਹੋਣਾ ਚਾਹੀਦਾ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਅਸੀਂ ਸਾਰੇ ਪਰਮੇਸ਼ਰ ਦੇ ਬੱਚੇ ਹੈਗੇ ਹਾਂ। ਸਾਡੇ ਵਿੱਚ ਪਿਆਰ ਹੋਣਾ ਚਾਹੀਦਾ। ਇਹ ਨਹੀਂ ਆ ਕਿ ਸਿਰਫ ਆਸ਼ੀਸ਼ ਲੈਣ ਨਹੀਂ ਆਉਣਾ ਅਸੀਂ ਕੀ ਕਰਨਾ ਭਲਾ? ਆਪਸ ਦੇ ਵਿੱਚ ਇੱਕ ਅੰਡਰਸਟੈਂਡਿੰਗ ਸਾਡੇ 'ਚ ਹੋਣੀ ਚਾਹੀਦੀ ਹੈਗੀ ਹੈ। ਕਿਸੇ ਨੂੰ ਕੋਈ ਪ੍ਰੋਬਲਮ ਹੋਏ ਸਾਰਾ ਪਰਿਵਾਰ ਉੱਥੇ ਅਸੀਂ ਸਾਰੇ ਪਰਿਵਾਰ ਹੈਗੇ ਹਾਂ।
ਉਸੇ ਵਕਤ ਰੱਬ ਅੱਗੇ ਪ੍ਰਾਰਥਨਾ ਕਰੋ, ਕਦੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ, ਇਹ ਪ੍ਰਾਰਥਨਾ ਕਰੋ। ਲੇਕਿਨ ਜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ, ਪੂਰਾ ਪਰਿਵਾਰ ਇਕੱਠੇ ਹੋਏ ਕਰੋ ਉਸ ਟਾਈਮ 'ਤੇ, ਪਤਾ ਲੱਗੇ ਕਿ ਇਹ ਸਾਰੇ ਪਰਮੇਸ਼ਰ ਨੂੰ ਮੰਨਣ ਵਾਲੇ ਹੈਗੇ। ਹਾਲੇਲੂਇਆ। ਇਸ ਤਰ੍ਹਾਂ ਵਰਕ ਕਰਨਾ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਬਚਨ 'ਚ ਕੀ ਕਿਹਾ, ਆਗਿਆ ਨਾ ਮੰਨਣ ਵਾਲੇ ਵੀ ਜਿਹੜੇ ਕੀ ਆ ਉਹ ਆਗਿਆ ਦਾ ਉਲੰਘਣ ਕਰਦੇ ਹੈਗੇ ਆ, ਆਗਿਆ ਦੇਰ ਨਾਲ ਮੰਨਣ ਵਾਲੇ ਵੀ ਆਗਿਆ ਦਾ ਉਲੰਘਣ ਕਰਦੇ ਹੈਗੇ ਆ। ਅਸੀਂ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਚੱਲਣਾ ਹੈਗਾ। ਜੋ ਚੀਜ਼ ਸਾਨੂੰ ਪਾਸਟਰ ਸਿਖਾਉਂਦੇ ਹੈਗੇ, ਪਰਮੇਸ਼ਰ ਦਾ ਦਾਸ ਸਿਖਾਉਂਦਾ ਪਿਆ, ਉਸ ਵਚਨ ਦੇ ਅਨੁਸਾਰ ਚੱਲਣਾ ਹੈਗਾ। ਤੁਹਾਨੂੰ ਸਿਖਾਇਆ ਕਿ ਆਗਿਆ ਦੇਰ ਨਾਲ ਮੰਨਣਾ ਵੀ ਆਗਿਆ ਦਾ ਉਲੰਘਣ ਹੈਗਾ। ਔਰ ਦੂਸਰਾ ਪੁਆਇੰਟ ਮੈਂ ਤੁਹਾਨੂੰ ਸਿਖਾਇਆ ਕਿ ਆਗਿਆ ਕੀ ਕਰਨਾ ਵਾਲਾ, ਆਗਿਆ ਨੂੰ ਦੇਰ ਨਾਲ ਮੰਨਣਾ ਵੀ ਆਗਿਆ ਦਾ ਉਲੰਘਣ ਹੈਗਾ। ਹੋਰ ਆਗਿਆ ਦਾ ਉਲੰਘਣ ਹੈਗਾ। ਹੋਰ ਕੀ ਕਰਨਾ, ਆਗਿਆ ਅੱਧੀ ਅਧੂਰੀ ਮੰਨਣਾ ਵੀ ਕੀ ਹੈਗਾ, ਆਗਿਆ ਦਾ ਉਲੰਘਣ ਹੈਗਾ। ਅੱਧੀ ਅਧੂਰੀ ਆਗਿਆ ਵੀ ਨਹੀਂ ਮੰਨਣੀ ਹੈਗੀ। ਜੋ ਗੱਲਾਂ ਤੁਹਾਨੂੰ ਸਿਖਾਈ ਜਾਂਦੀਆਂ ਹੈਗੀਆਂ ਉਹ ਉਸੇ ਵਕਤ ਹੀ ਰਿਸੀਵ ਕਰਨੀਆਂ ਹੈਗੀਆਂ। ਇੱਕ ਮੁੰਡਾ ਸਾਡੇ ਮਹੱਲੇ ਹੀ, ਉਹਨੂੰ ਮਰੇ ਦਾ ਆਇਆ ਸੀ, ਡੈਡ ਚੁੱਕ ਕੇ ਲੈ ਕੇ ਆਏ ਸੀਗੇ। ਉਹਨੂੰ ਪ੍ਰੇਅਰ ਕਰਨਾ ਸ਼ੁਰੂ ਕਰ ਦਿੱਤੀ, ਆਸਤਾ ਕਰਕੇ ਠੀਕ ਹੋਣਾ ਸ਼ੁਰੂ ਹੋ ਗਿਆ। ਹਾਲੇਲੂਇਆ। ਫਿਰ ਉਹਨੂੰ ਮੈਂ ਕਿਹਾ ਕਿ ਤੂੰ ਇਸ ਤਰ੍ਹਾਂ ਕਰਨਾ ਹੈ, ਉਹ ਠੀਕ ਹੋਇਆ। ਆਸਤਾ ਕਰਕੇ ਉਹਨੂੰ ਹੋਸ਼ ਆਈ। ਮਰੇ ਦਾ ਸੀਗਾ ਉਹ, ਮਤਲਬ ਕਿ ਉਹਨੇ 1-2 ਦਿਨ 'ਚ ਡੈਡ ਹੋ ਜਾਣਾ ਸੀਗਾ। ਪਤਾ ਨਾ ਸਰ ਭਾਈ, ਤੁਹਾਨੂੰ ਪਤਾ ਨਾ, ਸਾਰਿਆਂ ਨੂੰ ਪਤਾ ਇਸ ਗੱਲ ਦਾ, ਜਿਹੜੇ ਮਹੱਲੇ 'ਚ ਰਹਿੰਦੇ ਸਾਡੇ ਉਹਨੂੰ ਪਤਾ ਕਿ ਉਹਨੂੰ 4-5 ਬੰਦੇ ਚੁੱਕ ਕੇ ਲੈ ਕੇ ਆਏ ਸੀਗੇ। ਉੱਦਾਂ ਹੀ ਸੀ, ਇੱਦਾਂ ਹੀ ਹੋ ਗਿਆ ਸੀ। ਔਰ ਇਹਦੀ ਬਾਂਹ ਵੀ ਸਿੱਧੀ ਨਹੀਂ ਹੁੰਦੀ, ਇੱਦਾਂ ਹੀ ਚੁੱਕ ਕੇ ਲੈ ਕੇ ਆਏ ਸੀਗੇ। ਔਰ ਜਦੋਂ ਉਹਦੇ ਵਾਸਤੇ ਪ੍ਰੇਅਰ ਹੋਣਾ ਸ਼ੁਰੂ ਹੋ ਗਿਆ, ਆਸਤਾ ਕਰਕੇ ਜਾਣ ਪੈਣਾ ਸ਼ੁਰੂ ਹੋ ਗਈ। ਫਿਰ ਉਹਨੂੰ ਕਿਹਾ ਕਿ ਇਹ ਕੰਮ ਕਰਨਾ, ਉਸੇ ਤਰ੍ਹਾਂ ਹੀ ਕਰਨਾ ਸ਼ੁਰੂ ਹੋ ਗਿਆ। ਔਰ ਅੱਜ ਉਹ ਬਿਲਕੁਲ ਠੀਕ ਹੈਗਾ, ਬਿਲਕੁਲ ਠੀਕ। ਪੂਰੇ ਚਰਚ ਦੇ ਵਿੱਚ, ਪੂਰੇ ਮਹੱਲੇ ਦੇ ਵਿੱਚ ਇੱਕ ਟੈਸਟਮਨੀ ਹੈ, ਇੱਕ ਗਵਾਹੀ ਹੈਗੀ ਹੈ ਕਿ ਮਰੇ ਦੇ ਬੰਦੇ ਨੂੰ ਵੀ ਪਰਮੇਸ਼ਰ ਦੇ ਦਾਸ ਨੇ ਠੀਕ ਕੀਤਾ ਹੈਗਾ। ਡੈਡ ਸੀਗਾ ਉਹ। ਇਸ ਕਰਕੇ ਕੀ ਕਰਨਾ ਭਲਾ, ਆਗਿਆ ਨੂੰ ਮੰਨਣਾ ਬੜਾ ਜ਼ਰੂਰੀ ਹੈਗਾ। ਜਿਹੜੀ ਚੀਜ਼ ਤੁਹਾਨੂੰ ਸਿਖਾਈ ਜਾਂਦੀ ਹੈ ਉਸ ਗੱਲ ਦੇ ਉੱਤੇ ਅਮਲ ਕਰਨਾ ਹੈਗਾ, ਜਿਹਦੇ ਨਾਲ ਤੁਹਾਨੂੰ ਬਲੈਸਿੰਗ ਮਿਲਣੀ ਹੈਗੀ ਹੈ। ਹਾਲੇਲੂਇਆ। ਇਸ ਕਰਕੇ ਇਹਨਾਂ ਵਚਨਾਂ ਦੇ ਨਾਲ ਅਸੀਂ ਕੀ ਕਰਨਾ, ਹੁਣ ਅਸੀਂ ਵਰਸ਼ਿਪ ਵਿੱਚ ਆਉਣਾ ਹੈਗਾ ਔਰ ਪਰਮੇਸ਼ਰ ਨੂੰ ਕਹਿਣਾ ਕਿ ਹੇ ਪਰਮੇਸ਼ਰ, ਅਸੀਂ ਤੇਰੀਆਂ ਆਗਿਆਵਾਂ ਮੰਨੀਏ। ਹਰ ਸੰਡੇ ਪਰਮੇਸ਼ਰ ਦੇ ਭਵਨ ਵਿੱਚ ਆਉਣਾ ਬੜਾ ਜ਼ਰੂਰੀ ਹੈਗਾ। ਕਿਉਂਕਿ ਅਗਰ ਅਸੀਂ ਹਰ ਸੰਡੇ ਪਰਮੇਸ਼ਰ ਦੇ ਭਵਨ ਵਿੱਚ ਆਈਏ ਤਾਂ ਅਸੀਂ ਕੀ ਕਰਨਾ ਭਲਾ, ਬਲੈਸ ਹੋਣਾ। ਔਰ ਸ਼ੈਤਾਨ ਨੇ ਕੀ ਕਰਨਾ, ਹਮੇਸ਼ਾ ਤੁਹਾਨੂੰ ਕੁਛ ਨਾ ਕੁਛ ਅੜਚਨ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਤੁਸੀਂ ਚਰਚ 'ਚ ਨਾ ਆਓ। ਤੁਹਾਡੇ ਘਰ ਹੋ ਸਕਦਾ ਕੋਈ ਪ੍ਰਾਹੁਣੇ ਆ ਜਾਣ ਉਸ ਦਿਨ, ਬੜੇ ਖਾਸ, ਜਿਹੜੇ ਪਰਮੇਸ਼ਰ ਨੂੰ ਨਹੀਂ ਮੰਨਣ ਵਾਲੇ ਹੋਣਗੇ, ਉੱਦਾਂ ਦੇ ਆਏ ਨੇ। ਲੇਕਿਨ ਕੀ ਕਰਨਾ ਭਲਾ, ਤੁਸੀਂ ਕੀ ਕਰਨਾ, ਪਰਮੇਸ਼ਰ ਨੂੰ ਪਹਿਲ ਦੇਣੀ ਹੈਗੀ ਹੈ। ਤੁਸੀਂ ਪਰਮੇਸ਼ਰ ਨੂੰ ਪਹਿਲ ਦਿਓਗੇ, ਪਰਮੇਸ਼ਰ ਤੁਹਾਨੂੰ ਬਲੈਸ ਕਰੇਗਾ। ਅਗਰ ਕੋਡ ਦੇ ਬਟਨ ਜਿਹੜੇ ਦੇਖੋ, ਕੋਡ ਦੇ ਬਟਨ ਲੱਗੇ ਦੇ ਹੋਣ, ਤੁਸੀਂ ਪਹਿਲਾ ਬਟਨ ਟੇਢਾ ਲਗਾ ਦਿਓ ਤੇ ਅਗਲੇ ਬਟਨ ਤੁਸੀਂ ਜਿੰਨਾ ਮਰਜ਼ੀ ਸਿੱਧੇ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਸਿੱਧੇ ਲੱਗਣੇ ਹੈਗੇ। ਜੇ ਤੁਸੀਂ ਪਹਿਲਾ ਬਟਨ ਸਿੱਧੀ ਤਰ੍ਹਾਂ ਲਗਾਇਆ ਹੈਗਾ, ਅਗਲੇ ਆਟੋਮੈਟਿਕਲੀ ਸਿੱਧੇ ਲੱਗਣੇ ਸ਼ੁਰੂ ਹੋ ਜਾਣੇ ਹੈਗੇ। ਸੇਮ ਇਸੇ ਤਰ੍ਹਾਂ ਹੀ ਅਗਰ ਤੁਸੀਂ ਪਹਿਲ ਪਰਮੇਸ਼ਰ ਨੂੰ ਦੋਗੇ, ਆਟੋਮੈਟਿਕਲੀ ਤੁਹਾਡੀ ਜ਼ਿੰਦਗੀ 'ਚ ਸਾਰੇ ਕੰਮ ਬਲੈਸ ਹੋਣਗੇ। ਲੇਕਿਨ ਜੇ ਤੁਸੀਂ ਪਹਿਲਾਂ ਹੀ ਟੇਢਾ ਕੰਮ ਕਰ ਦਿੱਤਾ ਹੈਗਾ, ਕਦੀ ਵੀ ਉਹ ਅਗਲੇ ਚੀਜ਼ ਸਿੱਧੀ ਨਹੀਂ ਹੋਣੀ ਹੈਗੀ। ਹਾਲੇਲੂਇਆ। ਇੱਕ ਬਰਤਨ ਦੇ ਵਿੱਚ ਤੁਸੀਂ ਮੰਨ ਲਓ ਕਿ ਤੁਸੀਂ ਪਹਿਲੇ ਕੀ ਪਾਤੀ, ਬਰਤਨ ਦੇ ਵਿੱਚ ਇੱਕ ਰੇਤ ਹੈਗੀ ਹੈ, ਛੋਟੇ ਕੰਕਰ ਹੈਗੇ ਔਰ ਇੱਕ ਵੱਡੇ ਕੰਕਰ ਹੈਗੇ ਆ, ਉਹਨਾਂ ਨੂੰ ਪਾਉਣਾ ਹੈਗਾ। ਜੇ ਤੁਸੀਂ ਪਹਿਲੇ ਰੇਤ ਪਾ ਦੋਗੇ ਤਾਂ ਤੁਸੀਂ ਉਹਦੇ 'ਚ ਕੰਕਰ ਨਹੀਂ ਪਾ ਸਕਦੇ ਹੈਗੇ। ਜੇ ਤੁਸੀਂ ਪਹਿਲੇ ਵੱਡੇ ਕੰਕਰ ਪਾ ਦਿਓ, ਉਸ ਤੋਂ ਬਾਅਦ ਛੋਟੇ ਕੰਕਰ ਪਾ ਦਿਓ, ਉਸ ਤੋਂ ਬਾਅਦ ਤੁਸੀਂ ਰੇਤ ਜਿੰਨੀ ਮਰਜ਼ੀ ਪਾ ਦਿਓ, ਪੂਰੇ ਬਰਤਨ 'ਚ ਰਮਾਨ ਨਾ ਪੈ ਜਾਣੀ ਹੈਗੀ ਹੈ। ਸੇਮ ਇਸੇ ਤਰ੍ਹਾਂ ਹੀ ਵੱਡੇ ਪੱਥਰ ਦਾ ਮਤਲਬ ਪਰਮੇਸ਼ਰ ਨੂੰ ਪਹਿਲ ਦੇਵੋ, ਪਰਮੇਸ਼ਰ ਦੀ ਆਰਾਧਨਾ ਚਾਹੋ। ਰੇਤ ਦਾ ਮਤਲਬ ਛੋਟੇ ਮੋਟੇ ਕੰਮ ਆਪਣੇ ਆਪ ਹੀ ਤੁਹਾਡੀ ਜ਼ਿੰਦਗੀ 'ਚ ਪੂਰੇ ਹੋਏ ਨੇ ਹੈਗੇ ਆ। ਇਸ ਕਰਕੇ ਜਦੋਂ ਤੁਸੀਂ ਪਹਿਲ ਪਰਮੇਸ਼ਰ ਨੂੰ ਦੋਗੇ, ਪਰਮੇਸ਼ਰ ਦੀ ਆਗਿਆ ਦਾ ਪਾਲਣ ਕਰੋਗੇ, ਪਰਮੇਸ਼ਰ ਨੂੰ ਬਲੈਸ ਕਰੇਗਾ। ਹਾਲੇਲੂਇਆ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਤੁਹਾਨੂੰ ਦੱਸੀ ਹੈਗੀ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਦੇ ਦਾਸ ਵਿੱਚ ਦੇਖਣਾ ਹੈਗਾ। ਹੁਣ ਇਸ ਲਈ ਮੈਨੂੰ ਪਰਮੇਸ਼ਰ ਦਾ ਆਤਮਾ ਮੇਰੇ ਵਿੱਚ ਮੌਜੂਦ ਹੈਗਾ ਔਰ ਉਸ ਆਤਮਾ ਨੂੰ ਤੁਸੀਂ ਰਿਸੀਵ ਕਰਨਾ ਹੈਗਾ। ਤੁਹਾਡੀਆਂ ਪ੍ਰੋਬਲਮਾਂ 1 ਸੈਕਿੰਡ ਨਹੀਂ ਲੱਗਣਾ ਦੂਰ ਹੋਣ 'ਚ। ਹਾਲੇਲੂਇਆ। ਮੈਂ ਦੇਖ ਰਿਹਾ ਕਿ ਕਿਹੜੀ ਪ੍ਰੋਬਲਮ ਹੈਗੀਆਂ, ਉਹ ਉਹਨੇ ਵਰਸ਼ਿਪ ਕਰਨੀ ਹੈਗੀ ਹੈ ਔਰ ਵਰਸ਼ਿਪ ਦੇ ਵਿੱਚ ਪਰਮੇਸ਼ਰ ਦੀ ਵਰਸ਼ਿਪ ਦੇ ਵਿੱਚ ਸਾਰਿਆਂ ਨੇ ਲੀਨ ਹੋਣਾ, ਅੱਖਾਂ ਬੰਦ ਕਰਨੀਆਂ ਹੈਗੀਆਂ। ਅੱਜ ਹੀ ਤੁਸੀਂ ਹਰ ਪ੍ਰੋਬਲਮ ਤੋਂ ਆਜ਼ਾਦ ਹੋਵੋਗੇ।